ਸਾਰਿਆਂ ਦਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਤੇ ਗੱਲ ਹੋ ਰਹੀ ਹੈ ਸਿੱਖ ਇਤਿਹਾਸ ਦੀ ਤੇ ਉਹਨਾਂ ਕੁਰਬਾਨੀਆਂ ਦੀ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਿੱਤੀ ਤੇ ਕੀ ਆਪਾਂ ਸਿੱਖ ਸਕਦੇ ਹਾਂ ਇਸ ਹਿਸਟਰੀ ਤੋਂ, ਇਸ ਇਤਿਹਾਸ ਤੋਂ, ਤਾਂ ਕਿ ਆਪਾਂ ਅੱਗੇ ਵੱਧ ਸਕੇ ਏਕਤਾ ਦੇ ਨਾਲ ਤੇ ਸਾਡਾ ਜੋ ਪੰਥ ਹੈ ਉਹ ਵੀ ਹੋਰ ਵੱਧ ਸਕੇ। ਜਿੱਥੇ ਸਿੱਖ ਇਤਿਹਾਸ ਦੀ ਗੱਲ ਆਉਂਦੀ ਹੈ, ਥੋੜੀ ਜੀ ਮੈਂਸ਼ਨ ਮੈਂ ਕੀਤੀ ਬ੍ਰੇਕ ਤੋਂ ਪਹਿਲੇ ਕਿ ਵੱਖ-ਵੱਖ ਸੰਪਰਦਾਵਾਂ ਐਗਜ਼ਿਸਟ ਕਰਦੀਆਂ ਸਾਡੇ ਇਸ ਕਮਿਊਨਿਟੀ ਵਿੱਚ, ਸਾਡੇ ਇਸ ਧਰਮ ਵਿੱਚ। ਇੱਕ ਸੰਸਥਾ ਇਸ ਤਰ੍ਹਾਂ ਦੀ ਹੈ ਨਾਮਧਾਰੀ ਸਿੱਖ। ਉਹਨਾਂ ਦੀ ਸ਼ੁਰੂਆਤ ਹੋਈ ਬਾਬਾ ਰਾਮ ਸਿੰਘ ਜੀ ਤੋਂ, ਜਿਨ੍ਹਾਂ ਨੂੰ ਉਹ ਗੁਰੂ ਆਖਦੇ ਹੈ। ਥੋੜੀ ਅੱਗੇ ਤੁਸੀਂ ਵੱਧ ਕੇ ਦੇਖੋ, ਜੋ ਸਤਿਗੁਰ ਪ੍ਰਤਾਪ ਸਿੰਘ ਜੀ ਸੀ ਉਹਨਾਂ ਦੇ ਵੰਸ਼ ਚੋਂ ਠਾਕੁਰ ਦਲੀਪ ਸਿੰਘ ਜੀ ਸਾਡੇ ਨਾਲ ਅੱਜ ਜੁੜੇ ਹੈਗੇ। ਠਾਕੁਰ ਦਲੀਪ ਸਿੰਘ ਜੀ, ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤ ਕਰਤਾਰ ਧੰਨ ਨਿਰੰਕਾਰ, ਇਹ ਦੋਵੇਂ ਨਾਰੇ ਨਿਰੰਕਾਰੀਆਂ ਦੇ ਨਹੀਂ ਹੈ, ਸਤਿਗੁਰੂ ਨਾਨਕ ਪਾਤਸ਼ਾਹ ਦੇ ਨੇ ਜੀ। ਆਪ ਜੀ ਨੂੰ ਸਭ ਤੋਂ ਪਹਿਲੇ ਪ੍ਰੋਗਰਾਮ ਵਿੱਚ ਸਵਾਗਤ। ਤੁਸੀਂ ਸਾਡੇ ਨਾਲ ਅੱਜ ਜੁੜੇ। ਸਾਡੇ ਸਾਰੇ ਦਰਸ਼ਕਾਂ ਨੂੰ ਤੁਹਾਡੀ ਕੁਝ ਸੋਚ ਨੂੰ ਸੁਣ ਕੇ ਸ਼ਾਇਦ ਕੁਝ ਨया ਸਿੱਖਣ ਨੂੰ ਮਿਲੇਗਾ, ਜਾਂ ਜਿਨ੍ਹਾਂ ਨੂੰ ਕੁਝ ਪਤਾ ਹੈ ਉਹਨਾਂ ਨੂੰ ਹੋਪਫੁਲੀ ਇੱਕ ਨਵਾਂ ਪਰਸਪੈਕਟਿਵ ਸੁਣਨ ਨੂੰ ਮਿਲੇਗਾ। ਸੋ ਤੁਹਾਡਾ ਬਹੁਤ ਹੀ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ। ਠਾਕੁਰ ਦਲੀਪ ਸਿੰਘ ਜੀ, ਸਭ ਤੋਂ ਪਹਿਲੇ ਗੱਲ ਹੋ ਰਹੀ ਇਤਿਹਾਸ ਦੀ ਤੇ ਕੁਰਬਾਨੀਆਂ ਦੀ। ਜਿੱਥੇ ਆਜ਼ਾਦੀ ਦੀ ਗੱਲ ਆਉਂਦੀ ਹੈ ਉਹ ਚੀਜ਼ ਮੁਫਤ ਨਹੀਂ ਮਿਲਦੀ, ਬਹੁਤ ਹੀ ਵੱਡੇ ਸੈਕਰੀਫਾਈਸ ਦੇ ਨਾਲ ਹਾਸਲ ਕੀਤੀ ਜਾਂਦੀ ਹੈ। ਤੇ ਜਿੱਥੇ ਕੁਰਬਾਨੀਆਂ ਦੀ ਗੱਲ ਆਉਂਦੀ ਹੈ, ਤੁਸੀਂ ਪਲੀਜ਼ ਥੋੜਾ ਜਿਹਾ ਸ਼ੁਰੂਆਤ ਕਰੋ ਕਿ ਕਿਸ ਤਰ੍ਹਾਂ ਜੋ ਇਸ ਸੰਪਰਦਾ ਦੇ ਨਾਮਧਾਰੀ ਸਿੱਖ ਹੈਗੇ ਉਹਨਾਂ ਦੀ ਆਜ਼ਾਦੀ ਵਿੱਚ ਤੇ ਜੋ ਸਾਡਾ ਇਤਿਹਾਸ ਹੈ, ਜੋ ਕੁਝ ਕਾਇਮ ਸੋਸ਼ਲ ਮੂਵਮੈਂਟਸ ਹੋਈ, ਰਿਫਾਰਮਸ ਹੋਇਆ ਸਾਡੇ ਇਤਿਹਾਸ ਵਿੱਚ, ਕੀ ਰੋਲ ਪਲੇ ਕੀਤਾ ਨਾਮਧਾਰੀ ਸਿੱਖਾਂ ਨੇ? ਜੀ, ਮੈਂ ਆਪ ਜੀ ਦੇ ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਨਮਸਕਾਰ ਕਰਦਾ ਤੇ ਆਪ ਜੀ ਦਾ, ਜਸ ਪੰਜਾਬੀ ਦਾ, ਅਸ਼ਮਿਤਾ ਜੀ, ਆਪ ਜੀ ਦਾ ਬਹੁਤ ਧੰਨਵਾਦ ਕਰਦਾ ਕਿ ਆਪ ਜੀ ਨੇ ਮੈਨੂੰ ਸਮਾਂ ਦਿੱਤਾ। ਮੈਂ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਸਾਰੇ ਸਰੋਤੇ ਦਰਸ਼ਕਾਂ ਦੇ ਚਰਨਾਂ ਵਿੱਚ ਬੇਨਤੀ ਕਰਾਂਗਾ ਕਿ ਇੱਕੋ ਹੀ ਸ਼ਬਦਾਂ ਦੇ ਅਰਥ ਹਰ ਸਰੋਤਾ ਦਰਸ਼ਕ ਵੱਖੋ ਵੱਖ ਕੱਢ ਲੈਂਦਾ ਤੇ ਮੇਰੇ ਗੱਲਾਂ ਕੁਝ ਨਵੀਆਂ ਹੋਣਗੀਆਂ, ਸੋ ਕਿਰਪਾ ਕਰਕੇ ਉਹਨਾਂ ਦਾ ਵਿਰੋਧ ਕਰਨ ਦੀ ਬਜਾਏ, ਜਾਂ ਕਿਉਂਕਿ ਨਵੀਂ ਗੱਲ ਫਟਾਫਟ ਸਮਝ ਵਿੱਚ ਨਹੀਂ ਆਉਂਦੀ ਤੇ ਸਾਡੇ ਮੰਨਣ 'ਚ ਨਹੀਂ ਆਉਂਦੀ, ਕਿਰਪਾ ਕਰਕੇ ਮੇਰੀ ਗੱਲਾਂ ਦਾ ਤੱਤ ਵਿਚਾਰਨ ਦੀ ਕਿਰਪਾ ਕਰਿਓ ਜੀ। ਸੋ ਆਪ ਜੀ ਨੇ ਮੈਨੂੰ ਕਿਹਾ ਕਿ ਨਾਮਧਾਰੀਆਂ ਬਾਰੇ ਤੇ ਨਾਮਧਾਰੀਆਂ ਵੱਲੋਂ ਸਮਾਜਿਕ ਪਰਿਵਰਤਨ ਔਰ ਸੁਤੰਤਰਤਾ ਸੰਗਰਾਮ, ਉਹਦੇ ਵਿੱਚ 1857 ਈਸਵੀ ਵਿਸਾਖੀ ਵਾਲੇ ਦਿਨ ਸਤਿਗੁਰੂ ਰਾਮ ਸਿੰਘ ਜੀ, ਜਿਹੜੇ ਕਿ ਮੇਰੇ ਪੜਦਾਦਾ ਜੀ ਦੇ ਵੱਡੇ ਭਰਾਤਾ ਸਨ, ਉਹਨਾਂ ਨੇ ਨਾਮਧਾਰੀਆਂ ਦਾ ਮੁੱਢ ਬੰਨਿਆ। ਅਸਲ ਵਿੱਚ ਉਹਨਾਂ ਨੇ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਸਿੱਖੀ ਨੂੰ ਪ੍ਰਫੁੱਲਿਤ ਕਰਨ ਵਾਸਤੇ 5 ਪਿਆਰੇ ਲਿਆਂਦੇ, ਉਹਨਾਂ ਨੂੰ ਅੰਮ੍ਰਿਤ ਛਕਾਇਆ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਦੱਸੀ ਮਰਿਆਦਾ ਦ੍ਰਿੜ ਕਰਵਾਈ। ਇਸ ਕਰਕੇ ਨਾਮਧਾਰੀਏ ਅੰਮ੍ਰਿਤਧਾਰੀ ਖਾਲਸੇ ਨੇ, 5 ਕਕਾਰ ਧਾਰਨ ਕਰਦੇ ਨੇ ਔਰ ਪੂਰਨ ਰੂਪ ਵਿੱਚ 10ਵੇਂ ਪਾਤਸ਼ਾਹ ਜੀ ਨੂੰ ਆਪਣਾ ਸਤਿਗੁਰੂ ਮੰਨਦੇ। ਸੋ ਸਤਿਗੁਰੂ ਰਾਮ ਸਿੰਘ ਜੀ ਨੇ ਜੋ ਵੀ ਕੀਤਾ, ਇੱਥੇ ਮੈਂ ਇੱਕ ਹੋਰ ਗੱਲ ਸਪਸ਼ਟ ਕਰ ਦੇਵਾਂ, ਅਸੀਂ ਸਤਿਗੁਰੂ ਕਹਿੰਦੇ ਆ, ਸਾਡੇ ਦੂਸਰੇ ਵੀਰ ਉਹਨਾਂ ਨੂੰ ਬਾਬਾ ਕਹਿੰਦੇ ਨੇ। ਵਿਸ਼ਵਾਸ ਆਪੋ ਆਪਣਾ, ਵਿਚਾਰ ਆਪਣੇ ਆਪਣੇ, ਕੋਈ ਵਿਵਾਦ ਨਹੀਂ। ਸੋ ਸਤਿਗੁਰੂ ਰਾਮ ਸਿੰਘ ਜੀ ਨੇ 2 ਵਿਸ਼ੇਸ਼ ਕੰਮ ਕੀਤੇ, ਭਾਵੇਂ ਹੋਰ ਵੀ ਬੜਾ ਕੁਝ ਕੀਤਾ, ਜਿਹਦੇ ਵਿੱਚ ਇੱਕ ਤਾਂ ਉਹਨਾਂ ਨੇ ਸਮਾਜ ਦੇ ਵਿੱਚ ਜਿਹੜੀਆਂ ਕੁਰੀਤੀਆਂ ਸੀ ਉਹ ਕੱਢੀਆਂ, ਜਿਨ੍ਹਾਂ ਦੇ ਵਿੱਚ ਉਸ ਸਮੇਂ ਬਹੁਤ ਜ਼ਿਆਦਾ ਕੁੜੀਆਂ ਮਾਰੀਆਂ ਜਾਂਦੀਆਂ ਸੀ। ਗਰਭ ਵਿੱਚ ਮਾਰਨ ਵਾਲਾ ਉਦੋਂ ਐਡਾ ਵਧੀਆ ਤਰੀਕਾ ਨਹੀਂ ਸੀ ਜੋ ਅੱਜ ਸਾਡੇ ਕੋਲ ਆ ਗਿਆ ਹੈ, ਪਰ ਉਦੋਂ ਜੰਮਦੀ ਕੁੜੀ ਨੂੰ ਹੀ ਮਾਰ ਦਿੱਤਾ ਜਾਂਦਾ ਸੀ। ਉਹਨਾਂ ਨੇ ਬਹੁਤ ਸਖਤੀ ਨਾਲ ਬੰਦ ਕੀਤਾ ਅਤੇ ਉਹਨਾਂ ਨੇ
ये चीज उस तो बाद की कि कुड़ियां मारनियां बंद करो और दाज लेना देना बंद करो। आज पौने 200 साल पहलों की मैं गल कर रहा, करीब करीब 1863 की। सो 1863 विच साडे अनुसार 3 जून नूं सब तो पहली वारी लावां पढ़ के आनंद कारज होए, यानी जिन्हां नूं अज असीं आनंद कहने आ। सिख रहत मर्यादा उस तो पहलों सारे साडे गुरु साहिबान दे आनंद कारज वेद रीति नाल होए ने, इतिहास अगवा है। इसे समय के मुताबिक ही 1863 विच ही साडे निरंकारी वीर कहिंदे ने कि उन्हां दे गुरु जी ने भी उन्होंने भी आनंद मर्यादा शुरू की। असीं उन्हां दे विचारां दा सत्कार करदे हां, पर एक मौके ते होई, उस बहस विच नहीं जांदे कि असां पहलों कीती कि उन्हां ने पहलों कीती, पर असीं भी कीती, साडे अनुसार असीं पहलों कीती। सो ਉਹ आनंद मर्यादा शुरू की ते सिखां नूं ਇਹ आख्या कि कोई पुजारी पंडित भाई मौलवी नहीं, आपे लावां पढ़ो ते सस्ते तो सस्ता विआह करो, 1.25 रुपये विच विआह करो, ताकि कड़ा प्रसाद ते रागियां दे खर्चे सारे निकल जान और होर कोई खर्चा नहीं। आपे लावां पढ़ो, आपे कीर्तन करो, आपे शब्द पढ़ो ते आपस विच दाज लेना देना पूर्ण रूप च बंद करो, क्योंकि विआह जिहड़े सन बहुत महंगे हो चुके सी और दाज पिछे कुड़ियां मारियां जांदियां सी। वो सारियां गल्लां आप जी नूं पता है। सो उस तो उपरंत उन्होंने बाल विआह बंद किए। उस समय पौने 200 साल पहलों जिदन लोगों नूं इस गल दा चेता ही नहीं सी हैगा जी। और तुसीं हैरान रह जाओगे कि जेडे डिवेलप्ड कंट्री ने G8 उन्हां दे विच अज भी ये हाल है कि 12 साल दी कुड़ी दा 50 साल दे बुढ़े नाल विआह हो जांदा है जी। मैं आ नहीं लेंदा किसी भी देश दा, मैं सबूतां दे आधार ते गल कर रहा। पर सतगुरु राम सिंह ने उदन हुक्म किया कि 18 साल तो घट मुंडा ते 16 साल तो घट कुड़ी दा विआह नहीं करना। इस तो बिना उन्होंने 1863 विच 6 जून नूं सियाड़ पिंड विच इस्त्रियां नूं अमृत दिता, उन्हां नूं उच्चा दर्जा दिता अते कछहरे पवाए। इस तो पहलों इतिहास अनुसार कदी भी इस्त्रियां नूं अमृत नहीं सी छकाया गया। सो ये संखेप विच मोटे मोटे इस तरह दे ये काम सन। और बाकी 10वें पातशाह दी दसी हुई सुच मर्यादा वो अपने सिखां नूं दृढ़ करवाई ते उन्हां नूं सुच्चा पवित्र रहना सिखाया। सुच जिहड़ी है गुरबाणी च भी लिखिया कि सुच होवे तां सच पाईए। सुच जिहड़ी है वो शुरू ही सफाई तो हुंदी है। अज करोना करके सब नूं हो गया हाँ ए नहीं करना ए नहीं करना, हथ धोने ने। साडी सिखां दी मर्यादा जिहड़ी 10वें पातशाह ने सानूं किरपा कीती ओहदे च ते पहिलों ही हैगा कि सदा ही हथ धो के भोजन करना है। जदों हथ तुहाडे पवित्र नहीं हैगे उदों रुमाली नाल कोई चीज फड़नी है। अज टिशू पेपर आ गए, प्लास्टिक दे दस्ताने आ गए, ये अज दे साधन हैगे ने ना, उदों दे साधन दे मुताबिक सी कि रुमाली नाल फड़नी है। साडे नामधारियां दे विच अज भी ये मर्यादा हैगी है। साडे दमदमी टकसाल वाले वीर ने उन्हां च भी ये मर्यादा हैगी। सो इहदे नाल नाल ही सतगुरु राम सिंह जी ने सतगुरु नानक पातशाह दी सिੱਖੀ ਦਾ प्रचार किया और 10 सालां विच 7 ਲੱਖ लोकां नूं अमृत छका के उस समय 7 ਲੱਖ अज नहीं अज दे तो 7 करोड़ वर्गे हो गए ना, उन्हां नूं अमृतधारी तैयार बर तैयार कर दिता। जिदन के कोई आवाजाही का साधन नहीं सी, कोई मीडिया का साधन नहीं सी हैगा। 1857 तो लैके 67 तक जी। सो इस तरह करके और देखो सिख बनना सिर्फ अमृत छक लेना ते केसाधारी हो जाना नहीं हुंदा। सिख जिहड़ा है वो समाजिक चंगियां रीतां नूं भी अपनाउंदा है और माड़े कामां नूं छड्डदा है। सिख बनन दा तो मतलब यह है कि गुरु दे चरनी लग के जिहड़ा वो असीं एक चंगे मनुख बन जाइए। पशु परेतों देव करे। गुरु की करदा है कि सानूं पशु बिरती तो हटा के देवता बना दिंदा। देवते तो भाव चंगा मनुख बना दिंदा जी। सो ये इस तरह के परिवर्तन उन्होंने लियाते और सिੱਖੀ का प्रचार करने विच उन्होंने पिंडों पिंड जाके उत्थे जिहड़ियां पिंडां विच धर्मशालावां सन, गुरुद्वारा शब्द ते हुण प्रचलित होया,
ਉੱਥੇ ਜਾ ਕੇ ਆਪਣੇ ਹੱਥੀਂ ਬੀੜਾਂ ਦਾ ਪ੍ਰਕਾਸ਼ ਕੀਤਾ, ਆਪਣੇ ਦਸਤਾਰ ਦਾ ਕੱਪੜਾ ਲਾ ਕੇ ਬੀੜਾਂ ਝਾੜੀਆਂ, ਸਫਾਈ ਕੀਤੀ, ਪੂਰਨ ਸਤਿਕਾਰ ਕਰਨ ਲੋਕਾਂ ਨੂੰ ਲਾਇਆ। ਕਿਉਂਕਿ ਲੋਕ ਜਾਂਦੇ ਨਹੀਂ ਸਨ ਉੱਥੇ, ਬੀੜ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਦੇ ਨਹੀਂ ਸਨ, ਤੇ ਸਾਰਿਆਂ ਸਿੱਖਾਂ ਨੂੰ, ਨਾਮਧਾਰੀਆਂ ਨੂੰ ਇਹ ਹੁਕਮ ਦਿੱਤਾ ਕਿ ਸਣੇ ਕਿਸੇ ਇਸ਼ਨਾਨ ਕੀਤੇ ਤੋਂ ਬਿਨਾਂ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਨਹੀਂ ਜਾਣਾ, ਪੂਰਨ ਸਤਿਕਾਰ ਕਰਨਾ। ਔਰ ਉਹਨਾਂ ਨੇ ਇਹ ਤਾਂ ਸਮਾਜ ਦੇ ਤੇ ਸਿੱਖੀ ਦੇ ਕੰਮ ਕੀਤੇ। ਇਸ ਤੋਂ ਬਿਨਾਂ ਸਤਿਗੁਰੂ ਰਾਮ ਸਿੰਘ ਜੀ ਨੇ ਆਜ਼ਾਦੀ ਵਾਸਤੇ ਇੱਕ ਬਹੁਤ ਵੱਡਾ ਕਦਮ ਉਸ ਸਮੇਂ ਚੁੱਕਿਆ, ਜਿਹੜਾ ਜੇ ਕਿਤੇ ਉਦੋਂ ਮੀਡੀਆ ਹੁੰਦਾ ਤੇ ਗੱਲਾਂ ਹੀ ਹੋਰ ਹੁੰਦੀਆਂ, ਪਰ ਉਦੋਂ ਕੋਈ ਮੀਡੀਆ ਨਹੀਂ ਸੀ, ਕੋਈ ਸੰਚਾਰ ਸਾਧਨ ਨਹੀਂ ਸੀ, ਆਵਾਜਾਈ ਦਾ ਕੋਈ ਸਾਧਨ ਨਹੀਂ ਸੀ, ਲੋਕ ਪੈਦਲ ਜਾਂਦੇ ਸੀ, ਹੱਥ ਘੋੜਾ ਹੁੰਦਾ ਸੀ, ਸਾਈਕਲ ਵੀ ਨਹੀਂ ਸੀ। ਸੋ ਸਤਿਗੁਰੂ ਰਾਮ ਸਿੰਘ ਜੀ ਦੀ ਜਿਹੜੀ ਆਜ਼ਾਦੀ ਵਾਸਤੇ ਸੋਚ ਸੀ, ਉਹ ਮਲਟੀ ਪ੍ਰੋਂਗ ਸਟ੍ਰੈਟਜੀ ਸੀ। ਯਾਨੀ ਕਿ ਉਸ ਰਣਨੀਤੀ ਦੇ ਵਿੱਚ ਇਹ ਨਹੀਂ ਸੀ ਕਿ ਸਿਰਫ ਅਹਿੰਸਾ ਜਾਂ ਹਿੰਸਾ, ਉਹਦੇ ਵਿੱਚ ਦੋਵੇਂ ਚੀਜ਼ਾਂ ਸਨ। ਕਿ ਜੇ ਅੰਗਰੇਜ਼ਾਂ ਨੇ ਕਿਹਾ ਕਿ ਇੱਥੇ ਨਹੀਂ ਜਾਣਾ, ਇੱਥੇ ਹੋਲਾ ਨਹੀਂ ਕਰਨਾ, ਉਹਨਾਂ ਨੇ ਕਿਹਾ ਅਸੀਂ ਤਾਂ ਕਰਾਂਗੇ, ਜਾਣਾ। ਔਰ ਲੱਖਾਂ ਲੋਕ ਉਹਨਾਂ ਦੇ ਪਿੱਛੇ ਚੱਲਦੇ ਸੀ, ਜਿਸ ਗੱਲ ਤੋਂ ਬ੍ਰਿਟਿਸ਼ ਸਰਕਾਰ ਕੰਬਦੀ ਸੀ। ਇਹ ਵੱਖਰੀ ਗੱਲ ਹੈ ਕਿ ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਉਹ ਕੋਈ ਵੀ ਸਰਕਾਰ ਉਦੋਂ ਦੀ ਜਾਂ ਅੱਜ ਦੀ ਕਿਸੇ ਵੀ ਦੇਸ਼ ਦੀ ਹੋਵੇ, ਉਹ ਆਪਣੇ ਵਿਰੋਧੀਆਂ ਦੀਆਂ ਚੰਗਿਆਈਆਂ ਕਦੀ ਵੀ ਨਹੀਂ ਲਿਖਦੀ ਹੁੰਦੀ। ਸਭ ਕੰਬਦੇ ਨੇ ਉਹਨਾਂ ਗੱਲਾਂ ਤੋਂ, ਪਰ ਸੱਚਾਈ ਤੇ ਸੱਚਾਈ ਹੈ। ਸੋ ਉਹ ਉਦੋਂ ਉਹਨਾਂ ਨੇ ਆਜ਼ਾਦੀ ਦੇ ਵਾਸਤੇ ਨਾਮਧਾਰੀਆਂ ਵਿੱਚ ਔਰ ਸਮੁੱਚੇ ਸਿੱਖ ਜਗਤ ਦੇ ਵਿੱਚ ਉਹ ਇੱਕ ਸਪਿਰਿਟ ਭਰ ਦਿੱਤੀ ਕਿ ਅਸਾਂ ਗੋਰਿਆਂ ਨੂੰ ਕੱਢਣਾ, ਗੋਰਿਆਂ ਨੂੰ ਕੱਢਣਾ, ਅੰਗਰੇਜ਼ਾਂ ਨੂੰ ਕੱਢਣਾ ਤੇ ਆਪਣਾ ਦੇਸ਼ ਸੁਤੰਤਰ ਕਰਨਾ। ਔਰ ਦੇਸ਼ ਸੁਤੰਤਰ ਕਰਨ ਵਾਸਤੇ ਜਿਹੜਾ ਉਹ ਸਿਰਫ ਅਹਿੰਸਾ ਨਾਲ, ਸਿਰਫ ਮਾਲਾ ਫੇਰਿਆਂ ਕੰਮ ਨਹੀਂ ਚੱਲਦਾ। ਸਤਿਗੁਰੂ ਰਾਮ ਸਿੰਘ ਜੀ ਆਪ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਰਹੇ ਸੀ, ਕੰਵਰ ਨੌ ਨਿਹਾਲ ਸਿੰਘ ਰੈਜੀਮੈਂਟ ਵਿੱਚ ਰਹੇ ਸੀ, ਤੇ ਉਹਨਾਂ ਦੇ ਬਹੁਤ ਸਾਰੇ ਜਿਹੜੇ ਸਹਿਯੋਗੀ ਸੇਵਕ ਸਨ ਉਹ ਵੀ ਫੌਜ ਵਿੱਚੋਂ ਹੀ ਆਏ ਸੀ। ਇਸ ਕਰਕੇ ਅੰਗਰੇਜ਼ਾਂ ਦੀ ਕਰੜੀ ਨਿਗਾਹ ਸੀ। ਅੰਗਰੇਜ਼ ਸਾਨੂੰ ਸਿੱਖਾਂ ਨੂੰ ਕਿਰਪਾਨ ਨਹੀਂ ਸਨ ਰੱਖਣ ਦਿੰਦੇ, ਤੇ ਬਹੁਤ ਲੋਕਾਂ ਨੂੰ ਪਤਾ ਹੀ ਨਹੀਂ ਇਸ ਗੱਲ ਦਾ, ਕਿਉਂਕਿ ਉਸ ਦਿਨ ਦਾ ਮੁੱਖ ਸ਼ਸਤਰ ਕਿਰਪਾਨ ਸੀ। ਸੋ ਨਾਮਧਾਰੀਆਂ ਨੇ ਛੋਟੀ ਕਿਰਪਾਨ ਰੱਖ ਲਈ ਕੰਘੇ ਵਿੱਚ, ਤੇ ਸ਼ਸਤਰਧਾਰੀ ਤੇ ਹੋਣਾ ਸੀ, ਤੇ ਟਕੂਆ, ਸਫਾ ਜੰਗ, ਕੁਹਾੜੀ ਉਹਨੂੰ ਸ਼ਸਤਰ ਰੂਪ ਚ ਰੱਖ ਲਿਆ, ਕਿਉਂਕਿ ਉਹਦੀ ਮਨਾਹੀ ਸੀ। ਸੋ ਇਸ ਤਰ੍ਹਾਂ ਕਰਕੇ ਸਾਰੇ ਨਾਮਧਾਰੀਏ ਸ਼ਸਤਰਬੱਧ ਹੋਏ। ਨੇਪਾਲ ਵਿੱਚ ਤੇ ਕਸ਼ਮੀਰ ਵਿੱਚ ਕੂਕਾ ਰੈਜੀਮੈਂਟਾਂ ਤਿਆਰ ਕੀਤੀਆਂ ਗਈਆਂ। ਰੂਸ ਵਿੱਚ ਜ਼ਾਰ ਨਾਲ ਸੰਬੰਧ ਸਥਾਪਿਤ ਕੀਤੇ ਕਿ ਤੁਸੀਂ ਇੱਥੇ ਆ ਕੇ ਸਾਡੀ ਸਹਾਇਤਾ ਕਰੋ ਤਾਂ ਕਿ ਅਸੀਂ ਅੰਗਰੇਜ਼ਾਂ ਨੂੰ ਕੱਢ ਸਕੀਏ। ਔਰ ਇਸ ਚੀਜ਼ ਦੀ ਹੋਰ ਪੱਕੀ ਗਵਾਹੀ ਆਪ ਜੀ ਨੂੰ ਬਲੈਕ ਪ੍ਰਿੰਸ ਨਾਮ ਦੀ ਜਿਹੜੀ ਇੱਕ ਫਿਲਮ ਮਹਾਰਾਜਾ ਦਲੀਪ ਸਿੰਘ ਤੇ ਬਣੀ ਹੈ ਉਹਦੇ ਵਿੱਚ ਮਿਲੇਗੀ, ਜਿਹਦੇ ਵਿੱਚ ਕਿਹਾ ਜਾਂਦਾ ਕਿ ਠਾਕਰ ਸਿੰਘ ਸੰਧਾਵਾਲੀਏ ਨੇ ਮਹਾਰਾਜਾ ਦਲੀਪ ਸਿੰਘ ਨੂੰ ਆਖਿਆ ਕਿ 1.25 ਲੱਖ ਕੂਕਾ ਮੀਨ ਨਾਮਧਾਰੀਏ ਉਹ ਅੰਗਰੇਜ਼ਾਂ ਨਾਲ ਲੜਨ ਨੂੰ ਤਿਆਰ ਨੇ। ਇੱਥੇ ਮੈਂ ਇੱਕ ਹੋਰ ਚੀਜ਼ ਸਪਸ਼ਟ ਕਰ ਦਿਆਂ ਕਿ ਸਾਡਾ ਨਾਮ ਨਾਮਧਾਰੀਏ ਕਿਉਂ ਹੈ। ਸਤਿਗੁਰੂ ਰਾਮ ਸਿੰਘ ਨੇ ਕੋਈ ਵੱਖਰੀ ਸੰਪਰਦਾ ਬਣਾ ਕੇ ਉਹਨਾਂ ਨੂੰ ਨਾਮ ਨਹੀਂ ਦਿੱਤਾ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖੀ ਨੂੰ, ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਨੂੰ, ਮੁਰਝਾਈ ਹੋਈ ਸਿੱਖੀ ਨੂੰ ਸੁਰਜੀਤ ਕੀਤਾ ਤੇ ਉਹਨੂੰ ਪ੍ਰਫੁੱਲਿਤ ਕਰਨ ਦਾ ਪੂਰਾ ਯਤਨ ਕੀਤਾ। ਔਰ ਉਹਨਾਂ ਨੇ ਹੁਕਮ ਕੀਤਾ ਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਉਹਨੂੰ ਵੱਧ ਤੋਂ ਵੱਧ ਮੰਨੋ। ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਭ ਤੋਂ ਵੱਧ ਬਲ ਦਿੱਤਾ ਗਿਆ ਨਾਮ ਜਪਣ ਉੱਤੇ, ਔਰ ਉੱਥੇ ਹੁਕਮ ਹੈ ਕਿ ਸਵਾਸ ਸਵਾਸ ਨਾਮ ਜਪੋ। ਸੋ ਸਤਿਗੁਰੂ ਰਾਮ ਸਿੰਘ ਦੇ ਹੁਕਮ ਨਾਲ ਸਿੱਖ ਨਾਮ ਜਪਣ ਲੱਗ ਪਏ। ਨਾਮ ਜਪਣ ਕਰਕੇ ਉਹਨਾਂ ਦਾ ਨਾਮ ਪੈ ਗਿਆ ਨਾਮਧਾਰੀਏ। ਫਿਰ ਸਿੱਖ ਮਸਤ ਹੋ ਕੇ, ਕੀਰਤਨ ਦੇ ਵਿੱਚ ਮਸਤ ਹੋ ਕੇ ਕੂਕਾਂ ਮਾਰਦੇ ਸੀ ਤੇ ਉਹਨਾਂ ਦੀ ਅੱਲ ਪੈ ਗਈ, ਨਾਮ ਨਹੀਂ ਅੱਲ ਪੈ ਗਈ ਕੂਕੇ। ਤੋ ਦੋਵੇਂ ਸ਼ਬਦ ਪ੍ਰਚਲਿਤ ਹੈਗੇ ਨੇ, ਪਰ ਸਹੀ ਨਾਮ ਨਾਮਧਾਰੀਏ। ਔਰ ਸਿੱਖ ਨਾਮਧਾਰੀਏ ਕਿੰਨੇ ਕਿਹੋ ਜਿਹੇ ਵਧੀਆ ਸਿੱਖ ਸਨ, ਕੀ ਕਰਦੇ ਸਨ, ਇਹਦਾ ਬੜਾ ਸੁੰਦਰ ਵੇਰਵਾ ਗਿਆਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ ਵਿੱਚ ਆਪਣੇ 28 ਕਵਿਤਾਂ ਵਿੱਚ ਵਰਣਨ ਕੀਤਾ ਹੋਇਆ, ਜਿਹਦੇ ਚ ਉਹਨਾਂ ਨੇ ਦੋ ਗੱਲਾਂ ਪੱਕੀਆਂ ਕਹੀਆਂ ਹੋਈਆਂ ਨੇ ਕਿ ਇੱਕ ਤੇ ਇਹ 10ਵੇਂ ਪਾਤਸ਼ਾਹ ਦੇ ਸਾਧਕ ਪੱਕੇ ਸਿੱਖ ਨੇ, ਔਰ ਦੂਸਰਾ ਉਹਨਾਂ ਨੇ ਆਖਿਆ ਕਿ ਇਹਨਾਂ ਨੂੰ ਖਾਲਸਾ ਰਾਜ ਲੈਣ ਦੀ ਬੜੀ ਪੱਕੀ ਇਹਨਾਂ ਦੇ ਮਨ ਦੇ ਵਿੱਚ ਹੈਗੀ, ਖਾਲਸਾ ਰਾਜ ਲੈਣਾ। ਇਹ ਦੋ ਗੱਲਾਂ ਪੱਕੀਆਂ ਲਿਖੀਆਂ ਹੋਈਆਂ ਨੇ।
ਸੋ ਇਹ ਤੇ ਨਾਮ ਦੀ ਗੱਲ ਹੋਈ। ਸਤਿਗੁਰੂ ਰਾਮ ਸਿੰਘ ਜੀ ਨੇ ਅੰਗਰੇਜ਼ਾਂ ਦਾ ਵਿਦੇਸ਼ੀ ਚੀਜ਼ਾਂ ਦਾ ਬਹਿਸ਼ਕਾਰ ਕੀਤਾ, ਜਿਹੜਾ ਉਦੋਂ ਕਰੀਬ 50 ਸਾਲ ਬਾਅਦ ਮਹਾਤਮਾ ਗਾਂਧੀ ਜੀ ਨੇ ਸ਼ੁਰੂ ਕੀਤਾ। ਔਰ ਜਿੰਨਾ ਪੱਕਾ ਉਹ ਬਾਈਕਾਟ ਸਤਿਗੁਰੂ ਰਾਮ ਸਿੰਘ ਵੇਲੇ ਸੀ, ਉਹ ਗਾਂਧੀ ਜੀ ਵੇਲੇ ਵੀ ਨਹੀਂ ਹੋਇਆ ਤੇ ਗਾਂਧੀ ਜੀ ਨੇ ਉਹ ਲਾਗੂ ਵੀ ਨਹੀਂ ਕੀਤਾ। ਸਤਿਗੁਰੂ ਰਾਮ ਸਿੰਘ ਜੀ ਵੇਲੇ ਤੇ ਇਹ ਸੀ ਕਿ ਅੰਗਰੇਜ਼ਾਂ ਦੀ ਬਣਾਈ ਕਚਹਿਰੀ ਨਹੀਂ ਜਾਣਾ, ਰੇਲ ਨਹੀਂ ਜਾਣਾ, ਨਹਿਰ ਤੋਂ ਪਾਣੀ ਨਹੀਂ ਪੀਣਾ, ਸਕੂਲੇ ਨਹੀਂ ਜਾਣਾ, ਸਭ ਕੁਝ ਆਪਣਾ, ਆਪਣੀ ਪੈਰਲਲ ਗਵਰਨਮੈਂਟ, ਡਾਕ ਮਹਿਕਮਾ ਆਪਣਾ, ਸਭ ਕੁਝ ਆਪਣਾ। ਔਰ ਸਿੱਖਾਂ ਨੇ ਉਹ ਕਰਕੇ ਵਿਖਾਇਆ। ਵਿਦੇਸ਼ੀ ਵਸਤਰ ਨਹੀਂ ਪਹਿਨਣਾ ਤੇ ਇਹੋ ਜਿਹਾ ਬੜਾ ਕੁਛ ਲੰਬਾ ਸਮਾਂ ਨਾ ਲੈਂਦੇ ਹੋਏ ਸਤਿਗੁਰੂ ਰਾਮ ਸਿੰਘ ਜੀ ਨੇ ਜਿੱਥੇ ਬਹਿਸ਼ਕਾਰ ਕੀਤਾ, ਉੱਥੇ ਆਪਣੇ ਸਿੱਖਾਂ ਨੂੰ ਪ੍ਰੇਰਨਾ ਦਿੱਤੀ। ਔਰ ਸਿੱਖਾਂ ਨੇ ਉਦਣ ਇਹ ਨਾਅਰੇ ਪੜ੍ਹੇ ਜਿਹੜੇ ਕਿ ਅੱਜ ਦੇ ਸਾਡੇ ਜਿਨ੍ਹਾਂ ਨੂੰ ਮਹਾਤਮਾ ਗਾਂਧੀ ਜੀ ਤੇ ਉਹਨਾਂ ਦੇ ਸਾਥੀਆਂ ਨੂੰ ਕਿਹਾ ਜਾਂਦਾ ਕਿ ਜਿਨ੍ਹਾਂ ਨੇ ਆਜ਼ਾਦੀ ਦਵਾਈ, ਇਹਨਾਂ ਨੇ ਤੇ ਉਹੋ ਜਿਹਾ ਨਾਅਰਾ ਖੋਰੇ ਅੱਜ ਵੀ ਨਹੀਂ ਪੜਿਆ ਹੁਣ ਜੀ। ਉਹਨਾਂ ਨੇ ਉਦਣ ਇਹ ਨਾਅਰੇ ਪੜ੍ਹੇ, 12 ਸਾਲੀ ਖੱਟਣ ਗਿਆ, ਖੱਟ ਕੇ ਲਿਆਂਦਾ ਪਰਨਾ, ਗੋਰਿਓ ਦੇਸ਼ ਛੱਡ ਜਾਓ, ਹੁਣ ਰਾਜ ਖਾਲਸੇ ਕਰ। ਇਸ ਕਰਕੇ ਅਸੀਂ ਨਾਮਧਾਰੀਏ ਤੇ ਖਾਲਸਾ ਰਾਜ ਦੇ ਮੋਢੀ ਆ। ਇਹ ਵੱਖਰੀ ਗੱਲ ਹੈ ਕਿ ਅੱਜ ਦੇ ਜਿਹੜੇ ਗੁਰਦੁਆਰਿਆਂ ਤੇ ਕਾਬਜ ਲੋਕ ਨੇ ਉਹ ਕਹਿੰਦੇ ਨੇ ਕਿ ਨਾਮਧਾਰੀਏ ਸਿੱਖ ਹੀ ਨੇ, ਸਾਨੂੰ ਕਿਸੇ ਤੋਂ ਸਿੱਖੀ ਦਾ ਸਰਟੀਫਿਕੇਟ ਨਹੀਂ ਚਾਹੀਦਾ। ਅਸੀਂ ਆਪਣੇ ਆਪ ਨੂੰ ਸਿੱਖ ਮੰਨਦੇ ਹਾਂ, ਅਸੀਂ ਸਿੱਖ ਹੈਗੇ ਆ ਜੀ। ਫਿਰ ਇਸ ਤੋਂ ਇੱਕ ਹੋਰ ਸੀ ਉਦੋਂ ਦਾ ਨਾਰਾ, ਛਾਉਣੀਆਂ ਕਰ ਦਿਓ ਖਾਲੀ, ਗੋਰਿਓ ਛਾਉਣੀਆਂ ਕਰ ਦਿਓ ਖਾਲੀ, ਖਾਲਸੇ ਨੇ ਭੰਗ ਬੀਜਣੀ। ਸੋ ਇਹ ਪ੍ਰੇਰਨਾ ਇਸ ਤਰ੍ਹਾਂ ਦੀ ਭਾਵਨਾ ਸੀ। ਸਾਡੇ ਤੋਂ ਪਹਿਲਾਂ ਯਾਨੀ ਨਾਮਧਾਰੀਆਂ ਤੋਂ ਪਹਿਲਾਂ ਨਿਹੰਗ ਸੰਪਰਦਾਇ ਸੀ ਜੀ। ਸਿੱਖਾਂ ਵਿੱਚ ਮੁੱਖ ਸੰਪਰਦਾਇ ਨਿਹੰਗ, ਨਾਮਧਾਰੀ, ਨਿਰੰਕਾਰੀ, ਉਦਾਸੀ, ਨਿਰਮਲੇ, ਇਹ 5-6 ਨੇ। ਵੈਸੇ ਤਾਂ ਕਰੀਬ 15 ਦੇ ਕਰੀਬ ਸੰਪਰਦਾਵਾਂ ਹੈਗੀਆਂ ਨੇ ਜੀ। ਸੋ ਨਿਹੰਗ ਸੰਪਰਦਾਇ ਵੀ ਪੂਰੀ ਦੀ ਪੂਰੀ ਜਿਹੜੀ ਸੀ ਉਹ ਵਿਦੇਸ਼ੀਆਂ ਦੇ ਖਿਲਾਫ ਸੀ, ਮੁਸਲਮਾਨਾਂ ਦੇ ਖਿਲਾਫ ਪਹਿਲਾਂ ਲੜਦੇ ਸੀ, ਉਸ ਤੋਂ ਬਾਅਦ ਅੰਗਰੇਜ਼ਾਂ ਦੇ ਖਿਲਾਫ ਲੜਦੇ ਸੀ। ਜਦੋਂ ਸਿੱਖਾਂ ਦੀ ਤੀਸਰੀ ਲੜਾਈ ਵਿੱਚ ਹਾਰ ਹੋ ਗਈ, ਸਿੱਖਾਂ ਦੀਆਂ 3 ਲੜਾਈਆਂ ਅੰਗਰੇਜ਼ਾਂ ਨਾਲ ਹੋਈਆਂ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ, ਤੀਸਰੀ ਲੜਾਈ ਵਿੱਚ ਜਦੋਂ ਹਾਰ ਹੋ ਗਈ, ਉਸ ਤੋਂ ਬਾਅਦ ਨਿਹੰਗ ਸਿੰਘਾਂ ਦੇ ਉੱਤੇ ਦਮਨ ਚੱਕਰ ਚੱਲਿਆ ਤੇ ਉਹ ਇੱਕ ਪਾਸੇ ਹੋਣਾ ਪੈ ਗਿਆ ਉਹਨਾਂ ਨੂੰ ਮਜਬੂਰੀ ਵਿੱਚ। ਔਰ ਉਹ ਦਮਨ ਚੱਕਰ ਚਲਾਉਣ ਵਿੱਚ ਅੰਗਰੇਜ਼ਾਂ ਨੇ, ਜਿਵੇਂ ਤੁਸੀਂ ਪਹਿਲਾਂ ਕਿਹਾ ਪਾੜੋ ਤੇ ਰਾਜ ਕਰੋ ਦੇ ਵਿੱਚ, ਉਹਨਾਂ ਨੇ ਸਾਡੇ ਸਿੱਖ ਰਾਜਿਆਂ ਨੂੰ ਹੀ ਵਰਤਿਆ। ਮਹਾਰਾਜਾ ਪਟਿਆਲਾ ਨੇ ਹਜ਼ਾਰਾਂ ਨਿਹੰਗਾਂ ਸਿੰਘਾਂ ਨੂੰ ਸ਼ਹੀਦ ਕੀਤਾ, ਜਿਹਦਾ ਇਤਿਹਾਸ ਤੁਸੀਂ ਨਿਹੰਗਾਂ ਸਿੰਘਾਂ ਦੀ ਪੁਸਤਕਾਂ ਵਿੱਚ ਪੜ੍ਹ ਸਕਦੇ ਹੋ। ਬਾਬਾ ਹਨੂਮਾਨ ਸਿੰਘ ਜੀ ਦਾ ਗੁਰਦੁਆਰਾ ਚੰਡੀਗੜ੍ਹ ਬਣਿਆ ਹੋਇਆ। ਇਹ 2 ਸੰਪਰਦਾਵਾਂ ਸੀ ਜਿਹੜੀਆਂ ਖੁੱਲ ਕੇ ਨਿਹੰਗ ਤੇ ਨਾਮਧਾਰੀਏ ਪੂਰੇ ਦੇ ਪੂਰੇ ਅੰਗਰੇਜ਼ ਵਿਰੋਧੀ ਸੀ। ਸਤਿਗੁਰੂ ਰਾਮ ਸਿੰਘ ਜੀ ਵਾਲਾ ਜਿਹੜਾ ਆਜ਼ਾਦੀ ਵਾਲਾ ਜੋ ਵੀ ਸੰਘਰਸ਼ ਚੱਲਣਾ ਸੀ, ਉਹਦੇ ਵਿੱਚ ਕਿਸੇ ਕਾਰਨ ਵਿਘਨ ਪੈ ਗਿਆ, ਜਿਸ ਕਾਰਨ ਜਿਹੜਾ ਉਹ ਅੰਗਰੇਜ਼ ਸਰਕਾਰ ਛੇਤੀ ਸੰਭਲ ਗਈ। ਉਹ ਨਾਮਧਾਰੀਆਂ ਦੇ ਵਿਰੁੱਧ ਹੋ ਗਈ ਔਰ ਨਾਮਧਾਰੀਆਂ ਦੇ ਵਿਰੁੱਧ ਹੋ ਕੇ ਉਹਨਾਂ ਨੇ ਬਹੁਤ ਸਾਰੇ ਨਾਮਧਾਰੀਆਂ ਨੂੰ ਤੋਪਾਂ ਨਾਲ ਸ਼ਹੀਦ ਕਰ ਦਿੱਤਾ, ਫਾਂਸੀਆਂ ਲਾ ਦਿੱਤਾ। ਸਤਿਗੁਰੂ ਰਾਮ ਸਿੰਘ ਜੀ ਨੂੰ ਉਹਨਾਂ ਨੇ ਯੰਗੂਨ ਬਰਮਾ ਵਿੱਚ ਦੇਸ਼ ਨਿਰਵਾਸਿਤ ਕਰ ਦਿੱਤਾ। ਔਰ ਨਾਮਧਾਰੀ ਮੁੱਖ ਸਥਾਨ ਗੁਰਦੁਆਰਾ ਭੈਣੀ ਸਾਹਿਬ ਉੱਤੇ 50 ਸਾਲ 1872 ਤੋਂ ਲੈ ਕੇ 1923 ਤੱਕ ਪੁਲਿਸ ਚੌਕੀ ਬੈਠੀ ਰਹੀ, ਜਿੱਥੇ ਕਿ ਥਾਣੇਦਾਰ ਵੀ ਮੁਸਲਮਾਨ ਹੁੰਦਾ ਸੀ ਤਾਂ ਕਿ ਵੱਧ ਤੋਂ ਵੱਧ ਸਿੱਖਾਂ ਨੂੰ ਤੰਗ ਕੀਤਾ ਜਾ ਸਕੇ। ਸੋ ਇਹ ਇਸ ਤਰ੍ਹਾਂ ਕਰਕੇ ਹੋਇਆ। ਉਸ ਤੋਂ ਬਾਅਦ ਉਹਨਾਂ ਦੇ ਛੋਟੇ ਭਾਈ ਸਤਿਗੁਰੂ ਹਰੀ ਸਿੰਘ ਜੀ ਗੱਦੀ ਤੇ ਬਿਰਾਜਮਾਨ ਹੋਏ। ਮੈਂ ਉਹਨਾਂ ਦਾ ਪੜਪੋਤਰਾ ਜੀ। ਉਹਨਾਂ ਦੇ ਵੱਡੇ ਸਾਹਿਬਜ਼ਾਦੇ ਸਤਿਗੁਰੂ ਪ੍ਰਤਾਪ ਸਿੰਘ ਜੀ ਆਏ, ਉਹਨਾਂ ਦੇ ਸਮੇਂ ਫਿਰ ਹੌਲੀ ਹੌਲੀ ਉਹ ਚੌਕੀ ਚੁੱਕੀ ਗਈ। ਫਿਰ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਸਮੇਂ ਕਾਂਗਰਸ ਉਸ ਵੇਲੇ ਆਜ਼ਾਦੀ ਦੀ ਲਹਿਰ ਚਲਾ ਰਹੀ ਸੀ, ਉਹਨਾਂ ਨਾਲ ਮਿਲ ਕੇ ਨਾਮਧਾਰੀਆਂ ਨੇ ਬਹੁਤ ਵੱਡਾ ਸੰਘਰਸ਼ ਦੇ ਵਿੱਚ ਹਿੱਸਾ ਪਾਇਆ। ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਛੋਟੇ ਭਰਾ ਦਾ ਮਹਾਰਾਜ ਨਿਹਾਲ ਸਿੰਘ ਜੀ ਵੀ ਉਸ ਸੰਘਰਸ਼ ਦੇ ਵਿੱਚ ਬਹੁਤ ਜ਼ਿਆਦਾ ਰਹੇ, ਪਰ ਬਹੁਤ ਸਾਰੇ ਨਾਮਧਾਰੀਏ ਉਦੋਂ ਵੀ ਜੇਲਾਂ ਕੱਟਦੇ ਰਹੇ। ਸੋ ਸੰਖੇਪ ਦੇ ਵਿੱਚ ਇਹ ਤੇ ਸੀ ਨਾਮਧਾਰੀਆਂ ਦਾ। ਉਹਨਾਂ ਤੋਂ ਉਪਰੰਤ ਉਹਨਾਂ ਦੇ ਸਾਹਿਬਜ਼ਾਦੇ ਸਤਿਗੁਰੂ ਜਗਜੀਤ ਸਿੰਘ ਜੀ ਵੱਡੇ ਸੀ, ਉਹ ਗੱਦੀ ਤੇ ਬੈਠੇ। ਉਹਨਾਂ ਦੇ ਸਾਹਿਬਜ਼ਾਦਾ ਨਹੀਂ ਸੀ, ਇੱਕੋ ਬੇਟੀ ਸੀ। ਉਹਨਾਂ ਦੇ ਛੋਟੇ ਭਾਈ ਮਹਾਰਾਜ ਵੀਰ ਸਿੰਘ ਜੀ ਦੇ 2 ਪੁੱਤਰ ਆ ਅਸੀਂ। ਮੈਂ ਵੱਡਾ, ਮੇਰਾ ਨਾਮ ਦਲੀਪ ਸਿੰਘ ਹੈ
ਤੇ ਮੇਰੇ ਛੋਟੇ ਭਾਜੀ ਨੇ ਠਾਕੁਰ ਉਦੈ ਸਿੰਘ ਜੀ 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 ਸਤਿਗੁਰੂ ਜਗਜੀਤ ਸਿੰਘ ਜੀ ਤੋਂ ਬਾਅਦ ਬਦਕਿਸਮਤੀ ਨਾਲ ਸਾਡਾ ਪੰਥ ਦੋ ਭਾਗਾਂ ਵਿੱਚ ਵੰਡਿਆ ਗਿਆ। ਮੁੱਖ ਸਥਾਨ ਗੁਰਦੁਆਰਾ ਭੈਣੀ ਸਾਹਿਬ ਅਤੇ ਬਹੁਤ ਸਾਰੇ ਗੁਰਦੁਆਰਿਆਂ ਤੇ ਛੋਟੇ ਭਾਜੀ ਦਾ ਕਬਜ਼ਾ, ਤੇ ਬਾਕੀ ਜਿਹੜਾ ਹੈਗਾ ਸਾਧ ਸੰਗਤ ਜਿਹੜੀ ਹੈ ਉਹ ਮੇਰੇ ਨਾਲ ਪ੍ਰੇਮ ਕਰਦੀ ਹੈ, ਤੇ ਮੈਂ ਤੇ ਆਪਣੇ ਆਪ ਨੂੰ ਇੱਕ ਸੇਵਕ ਮੰਨ ਕੇ ਚੱਲਦਾ। ਸੰਗਤ ਨੇ ਬਹੁਤ ਜ਼ੋਰ ਲਾਇਆ ਮੈਨੂੰ ਕਿ ਤੁਸੀਂ ਵੱਖਰਾ ਗੁਰਦੁਆਰਾ ਬਣਾ ਲਓ। ਮੈਂ ਨਹੀਂ ਬਣਾਇਆ, ਨਾ ਬਣਾਉਣਾ, ਕਿਉਂਕਿ ਮੈਂ ਪੰਥ ਵਿੱਚ ਪਾਠਕ ਨਹੀਂ ਪਾਉਣਾ ਚਾਹੁੰਦਾ। ਤੇ ਮੇਰੇ ਕੋਲ ਗੁਰਦੁਆਰਾ ਜੀਵਨ ਨਗਰ ਜਿਹੜਾ 2 ਨੰਬਰ ਦਾ ਮੁੱਖ ਸਥਾਨ ਸਾਡਾ ਸੀ ਨਾਮਧਾਰੀਆਂ ਦਾ, ਉਹ ਹੈਗਾ, ਮੈਂ ਉਹ ਵੀ ਐਲਾਨ ਕਰਕੇ ਛੱਡ ਦਿੱਤਾ। ਗੱਦੀ ਤੇ ਸੰਗਤ ਬਿਠਾਉਣ ਆਈ ਸੀ, ਮੈਂ ਹੱਥ ਜੋੜ ਕੇ ਆਖਿਆ ਕਿ ਨਹੀਂ, ਏਕਤਾ ਚਾਹੀਦੀ ਹੈ ਜੀ। ਜਿੱਥੇ ਏਕਤਾ ਦੀ ਗੱਲ ਆਉਂਦੀ ਹੈ, ਮੈਂ ਜ਼ਰੂਰ ਤੁਹਾਡੇ ਤੋਂ ਹੋਰ ਪੁੱਛਣਾ ਚਾਹੁੰਦੀ ਹਾਂ ਕਿ ਕਿਸ ਤਰ੍ਹਾਂ, ਜਿਸ ਤਰ੍ਹਾਂ ਤੁਸੀਂ ਸਾਨੂੰ ਇਤਿਹਾਸ ਬਾਰੇ ਥੋੜਾ ਜਿਹਾ ਦੱਸਿਆ ਕਿ ਕੀ ਆਪਾਂ ਇਸ ਇਤਿਹਾਸ ਤੋਂ ਸਿੱਖ ਕੇ ਅੱਗੇ ਕਿਸ ਤਰ੍ਹਾਂ ਸਾਡੀ ਕੌਮ, ਸਾਡਾ ਪੰਥ ਹੋਰ ਵੱਧ ਸਕਦਾ ਹੈ, ਤੇ ਇਹਦੀ ਗੱਲ ਆਪਾਂ ਕਰਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਤੁਸੀਂ ਜੁੜੇ ਰਹੋ, ਤੁਸੀਂ ਵੀ ਜੁੜੇ ਰਹੋ। ਪ੍ਰੋਗਰਾਮ ਇਸ ਤਰ੍ਹਾਂ ਬਿਲਕੁਲ ਲਾਈਵ ਜਾਰੀ ਹੋ ਰਿਹਾ ਤੇ ਜਾਰੀ ਰਹੇਗਾ ਬ੍ਰੇਕ ਤੋਂ ਉਸ ਪਾਰ। This is Just Broadcasting, and you're watching Just Punjabi. Chicago's pizza with a twist. ਕੈਲੀਫੋਰਨੀਆ, ਨਿਊਯਾਰਕ, ਵਰਜੀਨੀਆ ਅਤੇ ਸਿਆਟਲ ਵਿੱਚ ਧੁੰਮਾਂ ਪਾਉਣ ਤੋਂ ਬਾਅਦ ਹੁਣ ਹੋਰ ਸ਼ਹਿਰਾਂ ਵਿੱਚ ਵੀ ਖੋਲਣ ਜਾ ਰਿਹਾ ਹੈ ਆਪਣੀਆਂ ਨਵੀਆਂ ਲੋਕੇਸ਼ਨਾਂ। ਫਰੈਸ਼ ਐਗਲੈਸ ਡੋ ਅਤੇ ਤਾਜ਼ੀਆਂ ਸਬਜ਼ੀਆਂ ਨਾਲ ਭਰਪੂਰ ਵੈਜ ਅਤੇ ਨਾਨ ਵੈਜ ਨਵੇਂ ਪੰਜਾਬੀ ਅਤੇ ਟ੍ਰੈਡੀਸ਼ਨਲ ਸਵਾਦ ਲੈ ਕੇ ਹਾਜ਼ਰ ਹੈ। ਆਰਡਰ ਕਰਨ ਲਈ ਲੌਗਇਨ ਕਰੋ www.chicagospizzatwist.com। ਫਰੈਂਚਾਈਜ਼ ਲੈਣ ਵਾਸਤੇ ਹੁਣੇ ਸੰਪਰਕ ਕਰੋ। ਜੇ ਕਿਸੇ ਵੀ ਉਮਰ ਵਿੱਚ ਕਿਸੇ ਵੀ ਬਿਮਾਰੀ ਦਾ ਇਲਾਜ ਕਰਵਾਉਂਦੇ ਥੱਕ ਗਏ ਹੋ ਤਾਂ ਇੱਕ ਮੌਕਾ ਹੋਮਿਓਪੈਥੀ ਦੇ ਸਿਧਾਂਤਿਕ ਇਲਾਜ ਨੂੰ ਦਿਓ ਅਤੇ ਕਾਲ ਕਰੋ ਡਾਕਟਰ ਗੁਰਦੀਪ ਸਿੰਘ ਸੰਧੂ ਨੂੰ, ਜੋ ਹੋਮਿਓਪੈਥੀ ਯੂਨੀਵਰਸਿਟੀ ਦੇ 골ਡ ਮੈਡਲਿਸਟ ਸਾਬਕਾ ਚੀਫ ਮੈਡੀਕਲ ਆਫਿਸਰ ਰਹਿ ਚੁੱਕੇ ਨੇ ਅਤੇ ਲਗਭਗ ਪਿਛਲੇ 25 ਸਾਲਾਂ ਤੋਂ ਕੈਲੀਫੋਰਨੀਆ ਦੇ ਬੇ ਏਰੀਆ ਵਿੱਚ ਹੋਮਿਓਪੈਥੀ ਰਾਹੀਂ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ। ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਤੁਸੀਂ ਵੇਖ ਰਹੇ ਹੋ। ਅੱਜ ਦਾ ਮੁੱਦਾ ਤੇ ਗੱਲ ਹੋ ਰਹੀ ਹੈ ਨਾਮਧਾਰੀ ਸਿੱਖ ਸੰਪਰਦਾਇ ਤੇ ਉਹਨਾਂ ਦੇ ਜੋ ਤੁਸੀਂ ਕਹਿ ਸਕਦੇ ਹੋ ਹਿਸਟੋਰਿਕਲੀ ਏਅਰ ਹੈਗੇ ਠਾਕੁਰ ਦਲੀਪ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਹੈ। ਉਹਨਾਂ ਦਾ ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਸਵਾਗਤ, ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ। ਆਪ ਜੀ ਸਾਨੂੰ ਥੋੜੀ ਜਿਹੀ ਹਿਸਟੋਰੀਕਲ ਇਤਿਹਾਸਿਕ ਬੈਕਗਰਾਉਂਡ ਦਿੱਤੀ ਇਸ ਸੰਪਰਦਾਇ ਦੀ ਨਾਮਧਾਰੀ ਸਿੱਖ ਕਿਸ ਤਰ੍ਹਾਂ ਸ਼ੁਰੂ ਹੋਏ, ਕਿਸ ਤਰ੍ਹਾਂ ਇਹ ਨਾਮ ਤੁਹਾਡੇ ਕੋਲ ਆਇਆ ਤੇ ਕੀ ਤੁਹਾਡੀ ਦੇਣ ਸੀਗੀ ਇੰਡੀਆ ਦੀ ਆਜ਼ਾਦੀ ਦੇ ਮੂਵਮੈਂਟ ਦੇ ਵਿੱਚ। ਤੁਸੀਂ ਹੁਣ ਥੋੜਾ ਜਿਹਾ ਦੱਸੋ, ਇਤਿਹਾਸ ਬਾਰੇ ਆਪਾਂ ਗੱਲ ਕੀਤੀ, ਅੱਜ ਦੀ ਡੇਟ ਵਿੱਚ ਐਟ ਪ੍ਰੈਜ਼ੈਂਟ ਕੀ ਤੁਸੀਂ ਦੱਸਣਾ ਚਾਹੁੰਦੇ ਹੋ ਕਿਸ ਤਰ੍ਹਾਂ ਦੇ ਕੰਮ ਹੋ ਰਹੇ ਹੈ ਇਸ ਸੰਪਰਦਾਇ ਦੀ ਜੋ ਫਿਲਾਸਫੀ ਸੀਗੀ, ਜੋ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀ, ਉਸ ਨੂੰ ਅੱਗੇ ਵਧਾਉਣ ਲਈ ਕਿਸ ਤਰ੍ਹਾਂ ਦੇ ਕੰਮ ਹੋ ਰਹੇ ਹੈ? ਜੀ ਅਸ਼ਮਿਤਾ ਜੀ, ਆਪ ਜੀ ਨੇ ਬ੍ਰੇਕ ਤੋਂ ਪਹਿਲਾਂ ਮੈਨੂੰ ਪੁੱਛਿਆ ਸੀ ਏਕਤਾ ਦੀ ਗੱਲ ਤੁਸੀਂ ਕੀਤੀ ਸੀ। ਮੈਂ ਥੋੜੀ ਜਿਹੀ ਉਹਦੀ ਗੱਲ ਕਰ ਦੇਵਾਂ ਜਿਹੜੀ ਕਿ ਅੱਗੇ ਇਤਿਹਾਸ ਦੱਸਣ ਚ ਰਹਿ ਗਈ ਸੀ। ਮੇਰੇ ਦਾਦਾ ਜੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਪੰਥ ਦੇ ਨਿੱਘਰ ਦੇ ਹਾਲਾਤ ਵੇਖ ਕੇ, ਗਿਣਤੀ ਘਟ ਰਹੀ ਦੇਖ ਕੇ 1934 ਤੇ 35 ਵਿੱਚ ਗੁਰੂ ਨਾਨਕ ਨਾਮ ਲੇਵਾ ਕਾਨਫਰੰਸਾਂ ਕੀਤੀਆਂ ਸੀ ਗੁਰਦੁਆਰਾ ਭੈਣੀ ਸਾਹਿਬ ਵਿੱਚ। ਉਦੋਂ ਵੀ ਏਕਤਾ ਦੀ ਗੱਲ ਨੂੰ ਰੋਕਣ ਲਈ ਸਿੱਖਾਂ ਦੀਆਂ ਹੀ ਵੱਡੀਆਂ ਵੱਡੀਆਂ ਸ਼ਕਤੀਆਂ ਨੇ ਬਹੁਤ ਜ਼ੋਰ ਲਾਇਆ। ਸਿੱਖਾਂ ਦੀਆਂ ਸ਼ਕਤੀਆਂ ਨੇ ਏਕਤਾ ਰੋਕਣ ਲਈ, ਖੈਰ ਚਲੋ ਕੁਛ ਉਹਦੇ ਝੜਕੇ ਪਏ। ਲੋਕਾਂ ਨੇ ਆਖਿਆ ਕਿ ਬਈ ਤੁਸੀਂ 10 ਗੁਰੂਆਂ ਤੋਂ ਅੱਗੇ ਅਰਦਾਸ ਕਰਦੇ ਹੋ ਤੇ ਅਸੀਂ ਨਹੀਂ ਆਉਣਾ, ਉੱਥੇ 10 ਗੁਰੂਆਂ ਤੱਕ ਹੀ ਅਰਦਾਸ ਹੋਵੇ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ। ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਆਖਿਆ ਜੀ ਕਿ ਇਸੇ ਤਰ੍ਹਾਂ ਹੀ ਹੋਵੇਗਾ। ਸਾਡੇ ਮੁੱਖ ਸਥਾਨ ਤੇ ਜਿੱਥੇ ਅਸੀਂ 10 ਤੋਂ ਅੱਗੇ ਮੰਨਦੇ ਹਾਂ, ਅਸੀਂ ਆਪਣੇ ਮੁੱਖ ਸਥਾਨ ਤੇ ਸਾਡੇ ਤੇ 10 ਦੀ ਅਰਦਾਸ ਹੋਵੇਗੀ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤੇ ਅੱਗੇ ਹੀ ਕਰਦੇ ਹਾਂ, ਕੋਈ ਸਮੱਸਿਆ ਨਹੀਂ।
ਤੁਸੀਂ ਆਓ, ਪਰ ਇੱਕੋ ਹੀ ਗੱਲ ਹੈ, ਅਸੀਂ ਤੁਹਾਡੀਆਂ ਸਾਰੀਆਂ ਸ਼ਰਤਾਂ ਮੰਨਣ ਨੂੰ ਤਿਆਰ ਹਾਂ, ਪਰ ਤੁਸੀਂ ਸਾਡੀ ਇੱਕੋ ਸ਼ਰਤ ਮੰਨ ਲਓ ਕਿ ਆਪਾਂ ਇਕੱਠੇ ਹੋਣਾ, ਏਕਤਾ ਕਰਨੀ ਹੈ, ਤੇ ਨਾਮਧਾਰੀਆਂ ਵਾਸਤੇ ਨਹੀਂ, ਗੁਰੂ ਨਾਨਕ ਨਾਮ ਲੇਵਾ ਵਾਸਤੇ। ਸੋ ਉਹ ਆਏ, ਉੱਥੇ ਇਹ ਤੈਅ ਹੋਇਆ ਕਿ ਆਪਾਂ ਇੱਕ ਦੂਸਰੀ ਸੰਪਰਦਾ ਦਾ ਮੰਡਨ ਕਰੀਏ, ਖੰਡਨ ਨਾ ਕਰੀਏ। ਪਰ ਉਸ ਤੋਂ ਬਾਅਦ ਫਿਰ ਮੀਡੀਆ ਨੇ ਉਹਨਾਂ ਗੱਲਾਂ ਨੂੰ ਗਲਤ ਰੂਪ ਦੇ ਕੇ ਉਛਾਲਿਆ, ਚੁੱਕਿਆ, ਤੇ ਉਸ ਤੋਂ ਬਾਅਦ ਫਿਰ ਉਹ ਸੰਮੇਲਨ ਨਹੀਂ ਹੋ ਸਕਿਆ। ਉਹਨਾਂ ਦੀ ਕਿਰਪਾ ਨਾਲ 2014 ਵਿੱਚ ਅਸੀਂ ਦਿੱਲੀ ਵਿੱਚ ਫਿਰ ਗੁਰੂ ਨਾਨਕ ਨਾਮ ਲੇਵਾ ਸੰਮੇਲਨ ਕੀਤਾ, ਤੇ ਆਪ ਜੀ ਹੈਰਾਨ ਰਹਿ ਜਾਓਗੇ ਕਿ ਉੱਥੇ ਬਾਦਲ ਸਾਹਿਬ ਤੋਂ ਅਖਵਾ ਕੇ ਅਸੀਂ ਤਖਤਾਂ ਦੇ ਜਥੇਦਾਰ ਬੁਲਾਏ, ਤੇ ਜਥੇਦਾਰ ਸਾਹਿਬਾਨ ਸਾਡੇ ਆ ਕੇ ਦਿੱਲੀ ਆ ਕੇ ਫਿਰ ਪਿੱਛੋਂ ਹੋਰ ਕਿਸੇ ਦਾ ਪ੍ਰੈਸ਼ਰ ਆ ਗਿਆ ਤੇ ਵਾਪਸ ਚਲੇ ਗਏ। ਸਿਰਫ ਇੱਕ ਦਮਦਮੇ ਦੇ ਛੋਟੇ ਜਥੇਦਾਰ ਜੀ ਆਏ, ਉਹ ਗਲਤੀ ਨਾਲ ਆ ਗਏ ਸ਼ਾਇਦ, ਉਹ ਸਾਡੇ ਸੰਮੇਲਨ 'ਚ ਆ ਗਏ, ਤੇ ਜਦੋਂ ਵਾਪਸ ਗਏ ਸ਼੍ਰੋਮਣੀ ਕਮੇਟੀ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਕਿ ਕਿਉਂਕਿ ਤੁਸੀਂ ਗੁਰੂ ਨਾਨਕ ਨਾਮ ਲੇਵਾ ਦੀ ਚੰਗੀ ਗੱਲ ਏਕਤਾ ਦੀ ਕਿਉਂ ਕੀਤੀ ਹੈ, ਇਹ ਉਹਨਾਂ ਨੂੰ ਉਹਦਾ ਫਲ ਮਿਲਿਆ। ਤੇ ਹਜੂਰ ਸਾਹਿਬ ਵਾਲੇ ਤੇ ਆਉਂਦੇ ਹੀ ਨਹੀਂ, ਪਰ ਗਿਆਨੀ ਇਕਬਾਲ ਸਿੰਘ ਜੀ ਜਿਹੜੇ ਸੀ ਤਖਤ ਪਟਨਾ ਸਾਹਿਬ ਵਾਲੇ, ਉਹਨਾਂ ਨੇ ਪੂਰਾ ਖੁੱਲ ਕੇ ਸਮਰਥਨ ਕੀਤਾ, ਸਾਨੂੰ ਪੂਰਾ ਸਮਾਂ ਦਿੱਤਾ। ਖੈਰ, ਜਿਹੜੀ ਤੁਸੀਂ ਗੱਲ ਮੈਨੂੰ ਮੈਂ ਪਹਿਲਾਂ ਏਕਤਾ ਦੀ 2 ਮਿੰਟ ਗੱਲ ਕਰ ਲਵਾਂ ਜੀ ਕਿ ਸਿੱਖ ਪੰਥ ਵਿੱਚ ਕਈ ਸੰਪਰਦਾਵਾਂ ਨੇ, ਦੂਸਰੇ ਪਾਸੇ ਚੱਲੀਏ ਤੇ ਹਰ ਪੰਥ ਵਿੱਚ ਹੀ ਸੰਪਰਦਾਵਾਂ ਨੇ ਜੀ। ਈਸਾਈਆਂ ਵਿੱਚ ਸੈਂਕੜੇ ਹੋਣਗੀਆਂ, ਪਰ ਇਸ ਵੇਲੇ ਈਸਾਈਆਂ ਦੇ 80 ਦੇਸ਼ ਨੇ। ਸਾਡਾ ਕੀ ਹੈ? ਛਣਕਣਾ, ਸੰਗ ਨਹੀਂ ਆਉਂਦੀ। ਕਿਉਂ? ਕਿਉਂਕਿ ਸਾਡੀ ਸੋਚ ਨਹੀਂ ਵਧਣ ਦੀ। ਜੀ। ਸੋਚ ਹਰ ਵੇਲੇ ਇਹ ਹੈ ਕਿ ਲੜਨਾ, ਮਰ ਜਾਓ ਜਾਂ ਮਾਰ ਦਿਓ, ਤੇ ਇੱਕ ਦੂਜੇ ਨੂੰ ਗਾਲਾਂ ਕੱਢਣੀਆਂ। ਇਸ ਕਰਕੇ ਸਾਨੂੰ ਜਿਹੜਾ ਸਭ ਤੋਂ ਪਹਿਲਾਂ ਏਕਤਾ ਵਾਸਤੇ ਇਹ ਸੋਚ ਬਣਾਉਣ ਦੀ ਲੋੜ ਹੈ ਕਿ ਅਸੀਂ ਆਪਣਾ ਪੰਥ ਵਧਾਉਣਾ। ਤੇ ਪੰਥ ਕੌਣ ਹੈ ਸਾਡਾ? ਸਾਰੇ ਗੁਰੂ ਨਾਨਕ ਨਾਮ ਲੇਵਾ ਮਿਲਾ ਕੇ ਸਿੱਖ ਪੰਥ ਜੀ। ਰੰਗ ਬਰੰਗੀ ਫੁਲਵਾੜੀ, ਜਿਹਦੇ ਵਿੱਚ ਕੇਸਾ ਧਾਰੀ ਵੀ, ਕੇਸ ਰਹਿਤ ਵੀ, ਅੰਮ੍ਰਿਤ ਧਾਰੀ ਵੀ, ਸਹਿਜ ਧਾਰੀ ਵੀ। ਆਪ ਜੀ ਹੈਰਾਨ ਰਹਿ ਜਾਓਗੇ, ਇੱਕ ਭਗਤ ਪੰਥੀਆਂ ਦੀ ਸੰਪਰਦਾਇ ਕਦੀ ਕਿਸੇ ਨੇ ਨਾਂ ਹੀ ਨਹੀਂ ਸੁਣਿਆ। ਮਾਨਕੋਸ਼ ਪੜ੍ਹ ਕੇ ਦੇਖੋ, ਪਤਾ ਲੱਗੇਗਾ। ਸੋ ਗੁਰੂ ਨਾਨਕ ਨਾਮ ਲੇਵਾ ਅੱਜ ਦੀ ਤਰੀਕ ਵਿੱਚ ਵੀ ਘੱਟੋ ਘੱਟ 12 ਕਰੋੜ ਪਏ ਨੇ। ਅਸੀਂ ਉਹਨਾਂ ਨੂੰ ਸਿੱਖ ਹੀ ਨਹੀਂ ਮੰਨਦੇ, ਕਿਉਂਕਿ ਅੱਜ ਸਿੱਖੀ ਦਾ ਸਰਟੀਫਿਕੇਟ ਉਸ ਬੰਦੇ ਕੋਲ ਹੈ ਜਿਹਦਾ ਬਹੁਤੇ ਵੱਡੇ ਗੁਰਦੁਆਰਿਆਂ ਤੇ ਬਹੁਤਾ ਕਬਜ਼ਾ, ਬਹੁਤੀ ਵੱਡੀ ਗੋਲਕ ਤੇ ਕਬਜ਼ਾ, ਤੇ ਦੂਜਿਆਂ ਨੂੰ ਕਹਿ ਸਕੇ ਤੂੰ ਸਿੱਖ ਨਹੀਂ, ਤੂੰ ਸਿੱਖ ਨਹੀਂ। ਸਿੱਖੀ ਦਾ ਸਰਟੀਫਿਕੇਟ ਤੇ ਉਹਦੇ ਕੋਲ। ਔਰ ਸਮੁੱਚੇ ਸਿੱਖ ਪੰਥ ਨੂੰ ਇਸ ਵੇਲੇ ਜਿਹੜਾ ਨਾ ਗੁਰਦੁਆਰਿਆਂ ਤੋਂ ਇਹ ਦਿਸ਼ਾ ਦਿੱਤੀ ਜਾ ਰਹੀ ਹੈ, ਜਾਂ ਸਾਡੇ ਸਾਰੇ ਵੱਡੇ ਵੱਡੇ ਪ੍ਰਚਾਰਕਾਂ ਵਿਦਵਾਨਾਂ ਵੱਲੋਂ ਇਹ ਦਿਸ਼ਾ ਦਿੱਤੀ ਜਾ ਰਹੀ ਹੈ ਕਿ ਹਿੰਦੂ ਤੁਹਾਨੂੰ ਖਾ ਗਏ, ਭਾਰਤ ਸਰਕਾਰ ਸਾਡੀ ਵਿਰੋਧੀ ਹੈ, ਉਹ ਵੀ ਵਿਰੋਧੀ ਹੈ, ਉਹ ਵੀ ਵਿਰੋਧੀ ਹੈ। ਇਹ ਦਿਸ਼ਾ ਘੱਟ ਹੀ ਦਿੱਤੀ ਜਾਂਦੀ ਹੈ, ਇਹ ਪ੍ਰੇਰਨਾ ਨਹੀਂ ਦਿੱਤੀ ਜਾਂਦੀ ਕਿ ਆਪਾਂ ਇੱਕ ਹੋਣਾ, ਆਪਾਂ ਵਧਣਾ ਕਿਵੇਂ ਹੈ, ਆਪਾਂ ਪ੍ਰੇਮ ਕਿਵੇਂ ਕਰਨਾ, ਇਹ ਦਿਸ਼ਾ ਨਹੀਂ ਦਿੱਤੀ ਜਾਂਦੀ। ਜੀ। ਆਪ ਜੀ ਦੇ ਖਿਆਲ ਚ ਕਿ ਕਿਸ ਤਰ੍ਹਾਂ ਇਹ ਜੋ ਏਕਤਾ ਹੈਗੀ, ਇਹ ਪ੍ਰੇਮ ਹੈ ਜੋ ਸਾਡੀ ਆਪਣੀ ਕਮਿਊਨਿਟੀ ਵਿੱਚ ਸਾਨੂੰ ਨਹੀਂ ਤੁਹਾਡੇ ਖਿਆਲ ਚ ਅੱਜ ਦੀ ਡੇਟ ਵਿੱਚ ਦੇਖਣ ਨੂੰ ਮਿਲ ਰਿਹਾ, ਉਸ ਚੀਜ਼ ਨੂੰ ਕਿਸ ਤਰ੍ਹਾਂ ਆਪਾਂ ਇੰਪਰੂਵ ਕਰ ਸਕਦੇ ਹਾਂ, ਉਸ ਚੀਜ਼ ਨੂੰ ਕਿਸ ਤਰ੍ਹਾਂ ਆਪਾਂ ਖਤਮ ਕਰਕੇ ਅੱਗੇ ਵਧ ਸਕਦੇ ਹਾਂ ਤੁਹਾਡੇ ਖਿਆਲ ਚ? ਮੇਰੇ ਵਿਚਾਰ ਅਨੁਸਾਰ ਜੀ ਉਹਦੇ ਵਾਸਤੇ ਮੁੱਖ ਰੂਪ ਵਿੱਚ ਸਾਡੇ ਸਾਰੇ ਆਗੂਆਂ ਨੂੰ, ਸਾਰੀਆਂ ਸੰਪਰਦਾਵਾਂ ਦੇ ਆਗੂਆਂ ਨੂੰ, ਵਿਦਵਾਨਾਂ ਨੂੰ ਤੇ ਸਾਡੇ ਪ੍ਰਚਾਰਕਾਂ ਨੂੰ, ਉਹਨਾਂ ਨੂੰ ਇਹ ਸੋਚ ਆਉਣੀ ਚਾਹੀਦੀ ਹੈ। ਉਹ ਸੋਚ ਤੇ ਤੁਹਾਡੇ ਵਰਗਾ ਜਸ ਮੀਡੀਆ ਹੈ, ਚੜ੍ਹਦੀ ਕਲਾ ਹੈ, PTC ਜਾਂ ਜਿਹੜੇ ਵੀ ਚੈਨਲ ਹੈਗੇ ਨੇ, ਉੱਥੋਂ ਕੋਈ ਸੱਜਣ ਉਹਨਾਂ ਨੂੰ ਪ੍ਰੇਰਨਾ ਦੇਣ ਤੇ ਉਹਨਾਂ ਦੇ ਮਨ 'ਚ ਇਹ ਸੋਚ ਆਵੇ, ਏਕਤਾ ਦੀ ਸੋਚ ਨਹੀਂ, ਪਹਿਲੋਂ ਇਹ ਸੋਚ ਆਵੇ ਕਿ ਅਸੀਂ ਪੰਥ ਵਧਾਉਣਾ। ਪੰਥ ਵਧਾਉਣ ਵਾਸਤੇ ਇੱਕ ਤਰੀਕਾ ਏਕਤਾ ਨਿਸ਼ਾਨਾ ਨਹੀਂ ਜੀ, ਨਿਸ਼ਾਨਾ ਪੰਥ ਵਧਾਉਣਾ ਹੈ। ਤੇ ਪੰਥ ਵਧਾਉਣਾ ਜਿਹੜਾ ਹੈ, ਪੰਥ ਵਧਾਉਣ ਵਾਸਤੇ ਏਕਤਾ ਇੱਕ ਤਰੀਕਾ ਜੀ। ਔਰ ਕੁਝ ਤਾਂ ਤੁਹਾਡੇ ਵਰਗੇ ਚੈਨਲਾਂ ਤੋਂ ਪ੍ਰੇਰਨਾ ਮਿਲੇ, ਤੇ ਕੁਝ ਲੋਕ ਜਿਹੜੇ ਨੇ ਉਹਨਾਂ ਦੇ ਕੰਨ ਮਰੋੜਨ ਵਾਲੇ ਵੀ ਹੋਣ ਸਾਡੇ ਆਗੂਆਂ ਦੇ ਤੇ ਪ੍ਰਚਾਰਕਾਂ ਦੇ ਜੀ।
क्योंकि इस वेले इस चीज की बड़ी बड़ी समस्या बनी हुई है कि ये गल कोई करता ही नहीं जी। सो ये तो जिदन मतलब मेरी एक बेनती होर जी कि मैं एकता की गल कर रहा मैं आना कि जे मेरी गल गलत है मैं अपने विचार बदलने नूं तैयार हाँ तुसीं दस दिओ कि बिना एकता तो पंथ बच सकदा तो मैं सहमत हाँ पर गुरबाणी च लिखिया होए इकत्तर मिलो मेरे भाई दुविधा दूर करो लिवलाए इन्हां तुकां दा आपां की करांगे कढ़ देवांगे विचों बलेड लैके उत्थे लिखिया मिलबे की महिमा बरन ना सको मिलाप दी महिमा सच्चे पातशाह वचन करदे ने कि दसी नहीं जा सकदी असीं आने आ कि लड़बे की महिमा बरन ना सको दो उल्ट गल्लां हो गई जी ये सोच बदलन दी लोड़ है ते सब तो पहली सोच ये बनाउण दी लोड़ है कि असीं सिख पंथ वधाउणा है असीं खालिस्तान नहीं 2.5 ਜ਼ਿਲ੍ਹਿਆਂ ਦਾ खालिस्तान नहीं खालसा राज गुरु नानक राज ते सारे संसार ते गुरु नानक राज और सब तो पहलों सारे भारत ते गुरु नानक राज करना है ये सोच बनाउण दी लोड़ है अज सोच ये है कि 2.5 ਜ਼ਿਲ੍ਹੇ ਤੇ ਉਹਨਾਂ ਵਿੱਚ ਵੀ ਜਿਵੇਂ ਅਸੀਂ ਹੁਣ ਲੜੀ ਜਾਂਦੇ ਉਹਨਾਂ 2.5 ਜ਼ਿਲ੍ਹਿਆਂ 'ਚ ਵੀ ਆਪਾਂ ਉੱਥੇ ਫਿਰ ਲੜੀ ਜਾਣਾ ਕਿਉਂਕਿ ਲੜਨਾ ਤਾਂ ਗੋਲਕ ਪਿੱਛੇ ਤੇ ਗੁਰਦੁਆਰੇ ਪਿੱਛੇ ਆ ਸੋ ਇਹ ਅਜੇ ਮਤਲਬ ਸਾਡੀ ਸੋਚ ਹੀ ਨਹੀਂ ਉਹ ਬਣ ਸਕੀ ਜਿਹੜੀ ਸੋਚ ਬਣਾਉਣ ਦੀ ਲੋੜ ਹੈ ਉਹਦੇ ਵਾਸਤੇ ਇੱਕ ਕਾਰਨ ਇਹ ਵੀ ਹੈਗਾ ਕਿ ਅਗਵਾਈ ਵਿਦਵਾਨਾਂ ਦੇ ਹੱਥ ਨਹੀਂ ਹੈਗੀ ਤੇ ਜਿਹੜੇ ਵਿਦਵਾਨ ਹੈਗੇ ਨੇ ਉਹ ਫਿਰ ਅੱਗੋਂ ਲਾਲਚੀ ਹੋ ਗਏ ਨੇ ਬੇਸ਼ਰਦ ਹੋ ਗਏ ਨੇ ਪੰਥ ਵਾਸਤੇ ਸੋਚਦੇ ਨਹੀਂਗੇ ਸੋ इस करके एक तो ये बेनती है जी दूसरी गल है कि गुरु नानक राज की है जिहड़ी मैं गल कीती है गुरु नानक राज वो है कि जेड़ा भी गुरु नानक नाम लेवा किसी भी रूप च जेड़ा गुरु नानक नाम लेवा राज करदा है वो गुरु नानक दा राज उत्थे ये नहीं कि 3 फुटी वाला ही 3 फुटी किरपान वाला ते मेरे वर्गा चिट्टे कपड़े वाला ते नीलियां वाला ही जाके राज करे नहीं ਜਿਹੜਾ ਵੀ ਗੁਰੂ ਨਾਨਕ ਪਾਤਸ਼ਾਹ ਨੂੰ ਮੰਨਣ ਵਾਲਾ ਰਾਜ ਕਰਦਾ ਉਹ ਗੁਰੂ ਨਾਨਕ ਰਾਜ ਹੈ ਹੁਣ ਈਸਾਈਆਂ ਦੇ 80 ਦੇਸ਼ ਨੇ ਉੱਥੇ ਹਜ਼ਰਤ ਈਸਾ ਜੀ ਆਪ ਥੋੜਾ ਜਾ ਕੇ ਵਿਰਾਜਮਾਨ ਨੇ ਜਿਹੜੇ ਵੀ ਉਹਨਾਂ ਨੂੰ ਮੰਨਦੇ ਨੇ ਔਰ ਜਿਹੜੇ ਉਹਨਾਂ ਦੇ ਵਿੱਚੋਂ ਵੀ ਤਾਂ ਕਿੰਨੇ ਫਿਰਕੇ ਨੇ ਮੁਸਲਮਾਨਾਂ ਦੇ 32 ਦੇਸ਼ ਨੇ ਤੇ ਮੁਸਲਮਾਨਾਂ ਦੇ ਦੇਸ਼ਾਂ ਦੇ ਵਿੱਚ ਕਿਤੇ ਸ਼ੀਆ ਨੇ ਕਿਤੇ ਸੁੰਨੀ ਨੇ ਕਿਤੇ ਹੋਰ ਨੇ ਕੋਈ ਜੀ ਹਜ਼ਰਤ ਮੁਹੰਮਦ ਸਾਹਿਬ ਆਪ ਥੋੜਾ ਨੇ ਉੱਥੇ तो इस करके मतलब जिस रूप च भी कोई हैगा गुरु नानक नाम लेवा वो नानक राज है इस राज दे वास्ते नानक राज जिहड़ा है बाणी दे विच भी लिखिया होया है और गुरु ग्रंथ साहब जी विच लिखिया है श्री गुरु राज अब चल अटल आदि पुरख फरमायो सो सिखां नूं ये सोच बनाउण दी लोड़ है जी ते सोच इड्डी बरीकी दी सोच वधन वाली सोच जिहड़ी है ना वो सिर्फ विद्वान ते आगू बना सकदे ने बाकी लोग तो मेरे वर्गे पीछे लगन वाले होंदे ने जी जी ते बाकी आप जी ने गल कीती सी कि तुसी की कर रहे हो साडे नामधारियां दे संप्रदा दे विच अगों असीं फिर वंडे गए साधन बड़े सीमित रह गए अपनी समर्था दे मुताबिक जिन्ना जो असीं कर सकदे हां मैं अपने ਜਿਹੜੀ संगत मेरे नाल है मैं ओदी गल कर रहा अपने छोटे भाई साहब दी गल नहीं कर रहा कि ਅਸੀਂ ਇੱਕ ਤਾਂ ਇਹ ਕਰਦੇ ਹਾਂ ਕਿ ਜਿੱਥੇ ਵੱਡੇ ਵੱਡੇ ਮੇਲੇ ਹੁੰਦੇ ਨੇ ਹਿੰਦੂਆਂ ਦੇ ਉੱਥੇ ਜਾ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੀਆਂ ਤਸਵੀਰਾਂ ਵੰਡਦੇ ਹਾਂ ਜਿਹਦੇ ਤੇ ਲਿਖਿਆ ਹੁੰਦਾ ਹੈ ਕਿ ਗੁਰੂ ਜੀ ਤੋਂ ਜੋ ਮੰਗੋਗੇ ਮਿਲੇਗਾ ਲੱਖਾਂ ਤਸਵੀਰਾਂ ਵੰਡੀਆਂ ਨੇ ਔਰ ਅਸੀਂ ਦੇਖਿਆ ਕਿ ਕਿਸੇ ਨੇ ਵੀ ਬੇਕਦਰੀ ਨਹੀਂ ਕੀਤੀ ਹਰੇਕ ਨੇ ਚੁੱਕ ਕੇ ਮੱਥੇ ਨਾ ਲਾਇਆ ਔਰ ਲੋਕ ਸਾਨੂੰ ਟੈਲੀਫੋਨ ਕਰਕੇ ਪੁੱਛਦੇ ਨੇ ਜੀ ਮੈਂ ਗੁਰੂ ਜੀ ਤੋਂ ਕਿਵੇਂ ਪ੍ਰਾਰਥਨਾ ਕਰਕੇ ਮੰਗਾ ਕੀ ਤਰੀਕਾ ਹੈ ਜੀ ਕਿ ਤੁਸੀਂ ਕਰਕੇ ਦਿਓ और इत्थों तक कि असी दिल्ली दे विच स्टिकर बना के आटोआं दे विच लवाए ते मुसलमानां ने आप अर्ज करके कि नहीं जी सानू दो दिओ मुसलमान वीरां ने दो स्टिकर अपने ओहदे विच लवाए कि असी भी गुरु नानक दे सो एक तरीका असी ये अपना रहे हैं कि तस्वीरां वंडदे हैं हुण इहदे विच कई साडे वीर जिहड़े ने संकीर्ण सोच वाले वो कहिंदे ने कि नहीं जी नहीं गुरु जी दीयां तस्वीरां दी बेअदबी हुंदी भाई जो लख तस्वीर वंडी ते 100 तस्वीर किसी ने सुटती जां ओहदे तो डिग भी पई ते बाकी 99,900 ते अगले ने मत्थे नूं लाई ते उहनूं साम के दर्शन कीते असीं ये क्यों नहीं सोचदे कि उहनां दा भला होया जी जो साडे गुरु दे श्रद्धालु बने जी जी सो एक तरीका असीं ये अपना रहे हां एक तरीका असीं लोकां दे विच अपना ये संदेश मैं दे रहा वध तो वध कि
ਸਿੱਖਾਂ ਦੀ ਮਾਇਆ ਸਿੱਖਾਂ ਤੇ ਲੱਗਣੀ ਚਾਹੀਦੀ। ਉਹਦੇ ਵਾਸਤੇ ਮੇਰੀਆਂ ਵੀਡੀਓ ਵੀ ਬਣਾ ਕੇ ਪਾਈਆਂ ਹੋਈਆਂ ਨੇ ਕਿ ਸਿੱਖਾਂ ਦਾ ਦਾਨ ਸਿੱਖਾਂ ਨੂੰ ਉੱਪਰ ਚੁੱਕਣ ਵਾਸਤੇ ਹੋਣਾ ਚਾਹੀਦਾ ਹੈ। ਫਿਰ ਮੈਂ ਇਹ ਸੰਦੇਸ਼ ਵੀ ਦੇ ਰਿਹਾ ਕਿ 6 ਤਰ੍ਹਾਂ ਦੀ ਫਜ਼ੂਲ ਖਰਚੀ ਅਸੀਂ ਕਰਦੇ ਹਾਂ, ਉਹ ਸਾਰੀ ਆਪਾਂ ਬੰਦ ਕਰੀਏ। ਤੇ ਦੇਖੋ ਦੋ ਗੱਲਾਂ ਨੇ, ਇੱਕ ਹੈਗਾ ਕਿ ਸਿੱਖ ਪੰਥ ਵਧਾਉਣਾ ਅਤੇ ਇੱਕ ਹੈਗਾ ਕਿ ਜਿਹੜੇ ਸਿੱਖ ਵੀਰ ਹੈਗੇ ਨੇ ਉਹਨਾਂ ਨੂੰ ਉੱਪਰ ਚੁੱਕਣਾ। ਤੇ ਜਿਹੜੇ ਸਿੱਖ ਵੀਰ ਹੈਗੇ ਨੇ ਉਹਨਾਂ ਨੂੰ ਉੱਪਰ ਚੁੱਕਣ ਤੇ ਖਰਚਾ ਕਰੀਏ। ਦੂਸਰਿਆਂ ਨੂੰ ਵਧਾਉਣ ਵਾਲਾ ਕੰਮ ਉਹ ਆਪਣੇ ਸਭ ਭਾਵੇਂ ਹੁੰਦਾ ਰਵੇ। ਉਹਦੇ ਵਾਸਤੇ ਮੈਂ ਸਭ ਤੋਂ ਪਹਿਲਾਂ ਕਹਿਣਾ ਕਿ ਗੁਰਦੁਆਰਿਆਂ ਤੇ ਸੋਨਾ ਨਾ ਲਾਓ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਲਾਲੋ ਦੀ ਕੱਚੀ ਝੁੱਗੀ ਜਾ ਕੇ ਰਹਿੰਦੇ ਸੀ। ਸੋਨੇ ਦੀਆਂ ਪਾਲਕੀਆਂ ਨਾ ਬਣਾਓ, ਬਹੁਤ ਮਹਿੰਗੇ ਚੰਦੋਏ ਉਹ ਨਾ ਬਣਾਓ, ਬਹੁਤ ਮਹਿੰਗੇ ਰੁਮਾਲੇ ਨਾ ਬਣਾਓ, ਬਹੁਤੇ ਮਹਿੰਗੇ ਲੰਗਰ ਨਾ ਕਰੋ। ਦਾਲਾਂ ਪ੍ਰਸ਼ਾਦਾ ਜਾਂ ਕਿਤੇ ਥੋੜੀ ਬਹੁਤੀ ਮਠਿਆਈ ਹੋ ਗਈ ਨਾ। ਗੁਰੂ ਪਾਤਸ਼ਾਹ ਤੇ ਲਾਲੋ ਦੀ ਕੋਧੜੀ ਦੀ ਰੋਟੀ ਖਾਂਦੇ ਸੀ ਤੇ ਸਾਡਾ ਲੰਗਰ ਜਲੇਬੀਆਂ ਬਿਨਾਂ ਹੁੰਦਾ ਹੀ ਨਹੀਂ। ਇੱਕ ਚੀਜ਼ ਮੇਰੇ ਧਿਆਨ ਚੋਂ ਨਿਕਲ ਗਈ ਹੈ। ਸੋ ਮੈਂ ਨਗਰ ਕੀਰਤਨਾਂ ਤੇ ਬਹੁਤ ਜ਼ਿਆਦਾ ਖਰਚੇ ਨਾ ਕਰੋ, ਕਿਉਂਕਿ ਇਹਨਾਂ 6 ਚੀਜ਼ਾਂ ਤੇ ਬਹੁਤ ਜ਼ਿਆਦਾ ਖਰਚੇ ਕਰਨ ਦਾ ਸਿੱਖ ਪੰਥ ਨੂੰ ਕੋਈ ਵਿਸ਼ੇਸ਼ ਲਾਭ ਨਹੀਂ। ਹਿਸਾਬ ਜੇ ਕਰ ਲਿਆ ਜਾਵੇ, ਕਦੀ ਕਦਾਈ ਥੋੜਾ ਹੋ ਗਿਆ, ਠੀਕ ਹੈ। ਇਹਦੇ ਤੋਂ ਬਿਨਾਂ ਜੀ ਅਸੀਂ ਕਰ ਰਹੇ ਹਾਂ ਕਿ ਨਾਮਧਾਰੀ ਸੰਗਤ ਜਿਹੜੀ ਹੈ ਉਹ ਝੁੱਗੀਆਂ ਵਿੱਚ ਜਾ ਕੇ ਗਰੀਬ ਬੱਚਿਆਂ ਨੂੰ ਪੜ੍ਹਾ ਰਹੀ ਹੈ। ਉਹਨਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਨੇ ਉਹ ਹਿੰਦੂ ਨੇ ਤੇ ਕੋਈ ਵਿੱਚ ਮੁਸਲਮਾਨ ਵੀ ਹੈਗੇ ਨੇ। ਅਸੀਂ ਉਹਨਾਂ ਨੂੰ ਵਿਦਿਆ ਦਾਨ ਦਿੰਦੇ ਹਾਂ। ਵਿਦਿਆ ਦਾਨ ਦਿੰਦੇ ਹਾਂ, ਊੜਾ ਐੜਾ ਕਹਿ ਕੇ ਜੋ ਵੀ ਪੜ੍ਹਾਉਣਾ ਉਹ ਪੜ੍ਹਾਉਂਦੀ ਹੈ ਸੰਗਤ। ਫਿਰ ਉਹਨਾਂ ਨੂੰ ਆਂਦੀ ਹੈ ਕਿ ਹੁਣ ਤੁਸੀਂ ਆਖੋ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਫਿਰ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਹੁਣ ਆਖੋ ਇੱਕ ਓਂਕਾਰ ਸਤਿਨਾਮ ਮੂਲ ਮੰਤਰ, ਫਿਰ ਵਾਹਿਗੁਰੂ ਜੀ ਕੀ ਫਤਿਹ, ਜੈਕਾਰਾ। ਇਹ ਸਾਰਾ ਕੁਛ ਅਸੀਂ ਕਰਵਾਉਂਦੇ ਆ। ਪਰ ਇਹ ਅਸੀਂ ਕਿਉਂਕਿ ਉਹ ਮੁੱਖ ਰੂਪ ਦੇ ਵਿੱਚ ਹਿੰਦੂ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਪੜ੍ਹਾਉਂਦੇ ਆ। ਇਹਦੇ ਨਾਲ ਨਾਲ ਅਸੀਂ ਉਹਨਾਂ ਨੂੰ ਗਾਇਤਰੀ ਮੰਤਰ ਵੀ ਪੜ੍ਹਾ ਦਿੰਦੇ ਆ। ਓਮ ਭੂਰ ਭੁਵ ਉਹ ਵੀ ਪੜ੍ਹ ਲਓ ਤਾਂ ਕਿ ਉਹ ਨਾਰਾਜ਼ ਨਾ ਹੋਣ। ਪਰ ਅਸੀਂ ਆਪਣਾ ਨਿਸ਼ਾਨਾ ਇਹ ਰੱਖ ਕੇ ਚੱਲਦੇ ਹਾਂ ਕਿ ਅਸੀਂ ਇਹਨਾਂ ਦੇ ਮਨ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਬਿਠਾਈ, ਇੱਕ ਓਂਕਾਰ ਸਤਿਨਾਮ ਬਿਠਾਇਆ ਤੇ ਹੌਲੀ 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 ਸਾਡਾ ਅਸਰ ਕਰਨਾ। ਜੇ ਅਸੀਂ ਅੱਜ ਹੀ ਸ਼ੁਰੂ ਤੋਂ ਆਖੀਏ ਕਿ ਤੁਸੀਂ 3 ਫੁੱਟੀ ਕਿਰਪਾਨ ਪਾਓ ਤੇ ਅੰਮ੍ਰਿਤ ਛਕਾਓ ਤੇ ਇੱਕ ਨੇ ਸਾਡੇ ਕੋਲ ਪੜਨ ਵੀ ਨਹੀਂ ਆਉਣਾ। ਔਰ ਬਾਕੀ ਅੱਗੇ ਕਿ ਜਿਹੜਾ ਭਾਵੇਂ ਅਸੀਂ ਨਾਮਧਾਰੀ ਵੀ ਅੰਮ੍ਰਿਤਧਾਰੀ ਹਾਂ, ਸਾਰਾ ਕੁਝ ਠੀਕ ਹੈ, ਕੇਸਦਾੜੀ ਅਸੀਂ ਰੱਖਦੇ ਹਾਂ, ਪਰ ਇਹਦਾ ਇਹ ਮਤਲਬ ਨਹੀਂ ਕਿ ਜਿਹੜੇ ਕੇਸਦਾੜੀ ਨਹੀਂ ਰੱਖਦੇ ਉਹ ਸਿੱਖ ਹੀ ਨਹੀਂ ਹੈਗੇ। ਅੰਮ੍ਰਿਤਧਾਰੀ ਹੋਣਾ ਬਹੁਤ ਚੰਗੀ ਗੱਲ ਹੈ, ਸਿੱਖ ਪੰਥ ਦਾ ਇੱਕ ਸ੍ਰੇਸ਼ਟ ਅੰਗ ਹੈ। ਪਰ ਜਿਹੜੇ ਨਹੀਂ ਵੀ ਹੈਗੇ ਉਹ ਵੀ ਸਿੱਖ ਹੈਗੇ ਨੇ। ਟੋਡਰਮਲ ਜੀ ਨੇ ਮੋਹਰਾਂ ਵਿਛਾਈਆਂ ਸੀ, ਉਹਨੇ ਅੰਮ੍ਰਿਤ ਨਹੀਂ ਸੀ ਛਕਿਆ। ਭਾਈ ਕਨ੍ਹਈਆ ਜੀ ਨਹੀਂ ਸੀ ਛਕਿਆ, ਰਾਏ ਬੁਲਾਰ ਸੀ। ਸੋ ਇਤਿਹਾਸ ਬੜੇ ਹੈਗੇ ਨੇ ਜਿਹੜੇ ਬੜੇ ਵੱਡੇ ਸਿੱਖ ਹੋਏ ਜੀ। ਇੱਥੇ ਆਪਾਂ ਇੱਕ ਹੋਰ ਬ੍ਰੇਕ ਲਈ ਰੁਕਦੇ ਹਾਂ। ਮਾੜੀ ਜੀ ਬ੍ਰੇਕ ਤੋਂ ਬਾਅਦ ਗੱਲ ਇਸੇ ਤਰ੍ਹਾਂ ਜਾਰੀ ਰਹੇਗੀ। ਤੁਸੀਂ ਵੀ ਜਿਹੜਾ ਪ੍ਰੋਗਰਾਮ ਬਿਲਕੁਲ ਲਾਈਵ ਜਾ ਰਿਹਾ ਹੈ, ਗੱਲ ਕਰਾਂਗੇ ਬ੍ਰੇਕ ਤੋਂ ਬਾਅਦ। ਬਾਅਦ ਇੱਕ ਵਾਰ ਫਿਰ ਸਾਰਿਆਂ ਦਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਤੇ ਗੱਲ ਹੋ ਰਹੀ ਹੈ ਇੱਕ ਤਰਫ ਸਿੱਖ ਪੰਥ ਨੂੰ ਅੱਗੇ ਵਧਾਉਣਾ ਤੇ ਦੂਜੀ ਤਰਫ ਸਿੱਖ ਮਰਿਆਦਾ ਦੀ। ਤੇ ਸਾਡੇ ਨਾਲ ਜੁੜੇ ਹਨ ਠਾਕੁਰ ਦਲੀਪ ਸਿੰਘ ਜੀ। ਤੁਹਾਡਾ ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਸਵਾਗਤ। ਅਨਫੋਰਚੂਨੇਟਲੀ ਸਾਡੇ ਕੋਲ ਸਮਾਂ ਜ਼ਿਆਦਾ ਨਹੀਂ ਰਹਿ ਗਿਆ। ਤੁਸੀਂ ਕਲੋਜ਼ਿੰਗ ਵਿੱਚ ਕੀ ਲਫ਼ਜ਼ਾਂ ਦੇ ਨਾਲ ਸਾਡੀ ਕਮਿਊਨਿਟੀ ਨੂੰ ਜੋੜਨ ਦੀ ਗੱਲ ਕਰਨਾ ਚਾਹੋਗੇ? ਪਲੀਜ਼ ਤੁਸੀਂ ਸਾਨੂੰ ਥੋੜਾ ਜਿਹਾ ਦੱਸੋ ਕਿ ਕਿਸ ਤਰ੍ਹਾਂ ਆਪਾਂ ਅੱਗੇ ਵਧ ਸਕਦੇ ਹਾਂ। ਅਗਰ ਆਪਾਂ ਸਿੱਖ ਪੰਥ ਨੂੰ ਵਧਾਉਣਾ ਹੈ ਤੇ ਉਹਦੇ ਵਿੱਚ ਸਿੱਖ ਮਰਿਆਦਾ ਦੀ ਕਿਸ ਤਰ੍ਹਾਂ ਦਾ ਰੋਲ ਪਲੇ ਹੋਣਾ ਚਾਹੀਦਾ ਤੇ ਸਾਨੂੰ ਕੀ ਕਰਨਾ ਚਾਹੀਦਾ ਅੱਗੇ ਵਧਣ ਲਈ? ਆਸ਼ਮਿਤਾ ਜੀ, ਸਿੱਖ ਮਰਿਆਦਾ ਸਾਡੇ ਕੋਲ ਆਈ ਰਹਿਤਨਾਮਿਆਂ ਤੋਂ। ਅਸੀਂ ਉਸ ਗੱਲ ਨੂੰ ਇੱਕ ਵਾਰੀ ਛੱਡ ਕੇ ਇਸ ਵੇਲੇ ਮੈਂ ਨਹੀਂ ਕਹਾਂਗਾ ਕਿ ਸਾਨੂੰ ਗੁਰਬਾਣੀ ਅਨੁਸਾਰ ਆਪਣੀ ਸੋਚ ਵਿੱਚ ਵਿਸ਼ਾਲਤਾ ਲਿਆਉਣੀ ਚਾਹੀਦੀ ਹੈ, ਸੰਕੀਰਨਤਾ ਛੱਡਣੀ ਚਾਹੀਦੀ ਹੈ ਤੇ ਸਾਰੇ ਗੁਰੂ ਨਾਨਕ ਨਾਮ ਲੇਵਾ ਨੂੰ ਗਲ ਲਾਉਣਾ ਚਾਹੀਦਾ ਹੈ। ਔਰ ਸਾਨੂੰ ਸਿੱਖੀ ਤੋਂ ਖਾਰਜ ਕਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ। ਆਪਾਂ ਖਾਰਜ ਕਰਨਾ ਬੰਦ ਕਰੀਏ, ਤੂੰ ਸਿੱਖ ਨਹੀਂ, ਤੂੰ ਸਿੱਖ ਨਹੀਂ, ਤੂੰ ਸਿੱਖ ਨਹੀਂ ਕਹਿਣਾ ਬੰਦ ਕਰੀਏ। ਕਿਸੇ ਨੂੰ ਕੋਈ ਹੱਕ ਨਹੀਂ। ਗਲਤੀਆਂ ਸਭ 'ਚ ਨੇ। ਇਹ ਕਹੀਏ ਹੱਥ ਜੋੜ ਕੇ ਵੀਰ ਜੀ ਇਹ ਗਲਤੀ ਨਾ ਕਰੋ। ਔਰ ਆਪਾਂ ਇਹ ਸੋਚ ਬਣਾਈਏ ਕਿ ਅਸੀਂ ਪੰਥ ਵਧਾਉਣਾ। ਬਾਕੀ ਜਦੋਂ ਫਿਰ ਕਿਤੇ ਜੇ ਤੁਹਾਨੂੰ ਸਮਾਂ ਮਿਲੇਗਾ ਤੇ ਉਦੋਂ ਗੱਲ ਕਰ ਲਵਾਂਗੇ। ਔਰ ਇਸ ਤੋਂ ਬਿਨਾਂ ਮੈਂ ਇੱਕ ਆਪਣੀ ਗੱਲ ਤੁਹਾਡੇ ਤੋਂ ਧੱਕੇ ਨਾਲ ਹੀ ਕਹਿ ਦਿਆਂ
ਕਿ ਮੇਰੇ ਵਿਚਾਰ ਬਹੁਤ ਸਾਰਿਆਂ ਨੂੰ ਚੰਗੇ ਲੱਗੇ ਹੋਣਗੇ, ਬਹੁਤ ਸਾਰਿਆਂ ਨੂੰ ਨਹੀਂ ਚੰਗੇ ਲੱਗੇ ਹੋਣਗੇ। ਜਿਨ੍ਹਾਂ ਨੂੰ ਮੇਰੇ ਵਿਚਾਰ ਚੰਗੇ ਨਾ ਲੱਗੇ ਹੋਣ, ਕਿਉਂਕਿ ਬਹੁਤ ਸਿੱਖਾਂ ਦੀ ਆਦਤ ਹੈ ਉਹਨਾਂ ਨੇ ਸਿਰਫ ਗਾਲਾਂ ਹੀ ਕੱਢਣੀਆਂ ਹੁੰਦੀਆਂ ਨੇ, ਉਹ ਮੇਰਾ ਫੇਸਬੁੱਕ ਤੇ ਇੱਕ ਪੇਜ ਹੈਗਾ ਠਾਕੁਰ ਦਲੀਪ ਸਿੰਘ ਕਰਨੇ ਹੋਣ, ਉਹ ਹੈਗਾ ਗੁਰੂ ਨਾਨਕ ਨਾਮ ਲੇਵਾ ਦਾ ਇੱਕ ਪੇਜ। ਇਹ ਦੋਵਾਂ ਦੇ ਮੈਂ ਆਪ ਜੀ ਨੂੰ ਲਿੰਕ ਭੇਜੇ ਹੋਏ ਨੇ। ਇੱਕ ਸਾਡੀ ਵੈਬਸਾਈਟ ਹੈਗੀ ਹੈ namtari-6 namtari-6.com। ਉਹਦੇ ਤੇ ਵੀ ਉਹ ਸਾਨੂੰ ਕੋਈ ਸੁਝਾਅ ਦੇ ਸਕਦੇ ਨੇ, ਮੇਰੀਆਂ ਵੀਡੀਓ ਵੀ ਸੁਣ ਸਕਦੇ ਨੇ। ਤੇ ਦੂਸਰੀ ਗੱਲ ਹੈ ਕਿ ਮੇਰੇ ਨਾਲ ਜੁੜਨ ਦੀ ਬਜਾਏ ਗੁਰੂ ਨਾਨਕ ਪਾਤਸ਼ਾਹ ਨਾਲ ਜੁੜੋ, ਸਿੱਖ ਪੰਥ ਨਾਲ ਜੁੜੋ, ਤੇ ਆਪਾਂ ਜੁੜੀਏ, ਸਾਰੇ ਨਾਨਕ ਦੇ ਹੋ ਜਾਈਏ, ਤੇ ਤਾਂ ਕਿ ਸਭ ਪਾਸੇ ਧੰਨ ਨਾਨਕ ਧੰਨ ਨਾਨਕ ਧੰਨ ਨਾਨਕ ਹੋਵੇ, ਸਾਰੇ ਸੰਸਾਰ ਦੇ ਵਿੱਚ ਗੁਰੂ ਨਾਨਕ ਦਾ ਰਾਜ ਹੋਵੇ। ਮੇਰੀ ਤੇ ਇੰਨੀ ਗੱਲ ਹੈ, ਇਹ ਸੋਚ ਬਣਾਓ ਤਾਂ ਕਿ ਆਪਾਂ ਅੱਗੇ ਵੱਧ ਸਕੀਏ। ਤੁਹਾਡੇ ਕਹਿਣ ਤੋਂ ਪਹਿਲੇ ਮੈਂ ਛੁੱਟੀ ਮੰਗ ਲਵਾਂ। ਬਹੁਤ ਬਹੁਤ ਧੰਨਵਾਦ ਆਪ ਜੀ ਦਾ, ਆਪ ਜੀ ਨੇ ਨਾ ਸਮਾਂ ਦਿੱਤਾ। ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।